सत श्री अकाल, स्वागत है। गौरव शुक्ला मैं हां तुहाडे नाल हाज़र हां खबरां दा प्राइम टाइम लैके। ते प्राइम टाइम दे विच अज गल ताकत दी, तकरार दी। जी हां, ताकत ते तकरार दी गल करांगे। कहंदे जिन्हां दे कोल ताकत होवे तां फिर बहुत कुछ हो सकदा है। ते गल होवेगी नशे दी। नशे दा मुद्दा हर सूबे ते पूरे देश दे लई इस समय बड़ी समस्या है, खास तौर ते सरहदी सूबियां दे लई, जिवें कि पंजाब है, राजस्थान है, गुजरात है या जम्मू कश्मीर है। पार्लीमेंट ਦੇ ਵਿੱਚ ਦੇਸ਼ ਦੇ ਗ੍ਰਹਿ ਮੰਤਰੀ ਨਸ਼ੇ ਦੇ ਮੁੱਦੇ ਦੇ ਉੱਤੇ ਬੋਲੇ ਤਾਂ ਬੀਐਸਐਫ ਅਤੇ ਕੇਂਦਰੀ ਏਜੰਸੀਆਂ ਨੂੰ ਵੱਧ ਅਧਿਕਾਰਾਂ ਦਾ ਸਮਰਥਨ ਕੀਤਾ ਤੇ ਬੀਐਸਐਫ ਨੂੰ ਵੱਧ ਅਧਿਕਾਰ ਦੇਣ ਵਾਲਿਆਂ ਦਾ ਵਿਰੋਧ ਕਰਨ ਵਾਲਿਆਂ ਦੇ ਉੱਤੇ ਵੀ ਸਵਾਲ ਖੜੇ ਕੀਤੇ। ਹੁਣ ਸਵਾਲ ਇਹ ਹੈ ਕਿ ਬੀਐਸਐਫ ਨੂੰ ਜੇਕਰ ਵੱਧ ਅਧਿਕਾਰ ਦਿੱਤੇ ਗਏ ਜਾਂ ਦਿੱਤੇ ਜਾ ਰਹੇ ਨੇ ਤਾਂ ਇਸ ਦਾ ਵਿਰੋਧ ਕਿਉਂ ਹੈ? ਦੂਜੇ ਪਾਸੇ ਜੇਕਰ ਬੀਐਸਐਫ ਨੂੰ ਵੱਧ ਅਧਿਕਾਰ ਦਿੱਤੇ ਜਾ ਰਹੇ ਨੇ ਤਾਂ ਕਿ ਜੋ ਫੈਡਰਲ ਸਿਸਟਮ ਹੈ ਉਹ ਕਮਜ਼ੋਰ ਤਾਂ ਨਹੀਂ ਹੋ ਜਾਏਗਾ ਕਿ ਸੂਬਿਆਂ ਦੇ ਕੰਮਕਾਜ ਦੇ ਵਿੱਚ ਕੇਂਦਰ ਦਾ ਦਖਲ ਨਹੀਂ ਹੋਵੇਗਾ। ਖੈਰ ਅੱਜ ਇਸ ਮੁੱਦੇ ਉੱਤੇ ਗੱਲਬਾਤ ਕਰਾਂਗੇ। ਨਸ਼ੇ ਦੇ ਕੋੜ ਨੂੰ ਕਿਵੇਂ ਵੱਢਿਆ ਜਾਵੇ, ਇਹ ਸਭ ਤੋਂ ਵੱਡਾ ਸਵਾਲ ਹੈ ਕਿ ਜੇਕਰ ਬੀਐਸਐਫ ਜਾਂ ਹੋਰ ਜਿਹੜੀਆਂ ਏਜੰਸੀਆਂ ਨੇ ਕੇਂਦਰ ਦੀਆਂ, ਜੇ ਉਹਨਾਂ ਦੇ ਕੋਲ ਵੱਧ ਤਾਕਤ ਹੋਵੇ ਤਾਂ ਕਿ ਨਸ਼ੇ ਨੂੰ ਮੁਕਾਇਆ ਜਾ ਸਕਦਾ ਹੈ। ਹੁਣ ਸਵਾਲ ਇਹ ਵੀ ਹੈ ਕਿ ਰੋਜ਼ਾਨਾ ਤੁਸੀਂ ਖਬਰਾਂ ਦੇਖਦੇ ਹੋ ਕਿ ਡਰੋਨ ਦੇ ਜ਼ਰੀਏ ਨਸ਼ੇ ਦੀ ਖੇਪ ਆ ਗਈ, ਕਦੇ ਪੰਜਾਬ ਦੇ ਕਿਸੇ ਜ਼ਿਲ੍ਹੇ 'ਚ, ਕਦੇ ਕਿਸੇ ਜ਼ਿਲ੍ਹੇ 'ਚ। ਕੁਝ ਅਜਿਹਾ ਹਾਲ ਬਾਕੀ ਸੂਬਿਆਂ 'ਚ ਵੀ ਹੋਵੇਗਾ। ਤਾਂ ਸਵਾਲ ਇਹ ਹੈ ਕਿ ਤਾਕਤ ਕਿਹੜੀ ਦਿੱਤੀ ਜਾਵੇ? ਤਾਕਤ ਟੈਕਨੀਕ ਵਾਲੀ ਦਿੱਤੀ ਜਾਵੇ ਜਾਂ ਤਾਕਤ ਐਨਡੀਪੀਐਸ ਵਾਲੀ ਦਿੱਤੀ ਜਾਵੇ? ਅੱਜ ਚਰਚਾ ਇਸ ਦੇ ਉੱਤੇ ਵੀ ਕਰਾਂਗੇ। ਤਾਂ ਬੀਐਸਐਫ ਨੂੰ ਵਾਧੂ ਤਾਕਤ ਦੇ ਉੱਤੇ ਤਕਰਾਰ ਹੋ ਰਹੀ ਹੈ। ਇੱਕ ਛੋਟੀ ਜਿਹੀ ਰਿਪੋਰਟ ਪਾਰਲੀਮੈਂਟ ਦੇ ਵਿੱਚ ਦੇਸ਼ ਦੇ ਗ੍ਰਹਿ ਮੰਤਰੀ ਬੋਲੇ ਨੇ, ਉਹਨਾਂ ਨੇ ਕੀ ਕੁਝ ਕਿਹਾ ਹੈ, ਇਹ ਰਿਪੋर्ट ਦੇਖੋ ਤੇ ਉਸ ਤੋਂ ਬਾਅਦ ਚਰਚਾ ਦੀ ਸ਼ੁਰੂਆਤ ਕਰਾਂਗੇ। ਲੋਕ ਸਭਾ ਵਿੱਚ ਕੇਂਦਰੀ ਗ੍ਰਹਿ ਮੰਤਰੀ ਦਾ ਨਸ਼ੇ ਦੀ ਤਸਕਰੀ ਅਤੇ ਇਸ ਦੇ ਵਪਾਰ ਦੇ ਬਾਰੇ ਬਿਆਨ ਅਜਿਹੇ ਵਕਤ ਵਿੱਚ ਆਇਆ ਜਦੋਂ ਸਮੁੰਦਰ ਦੇ ਰਾਹੋਂ ਵੀ ਨਸ਼ੇ ਦੀ ਤਸਕਰੀ ਦੇ ਮਾਮਲੇ ਲਗਾਤਾਰ ਵਧੇ ਨੇ। ਅਜਿਹੇ ਵਿੱਚ ਕੇਂਦਰੀ ਗ੍ਰਹਿ ਮੰਤਰੀ ਨੇ ਸਪਸ਼ਟ ਕਰ ਦਿੱਤਾ ਕਿ ਜਿਹੜੇ ਲੋਕ ਨਸ਼ੇ ਦੇ ਵਪਾਰ ਜਾਂ ਇਸ ਦੀ ਤਸਕਰੀ ਦੇ ਨਾਲ ਜੁੜੇ ਨੇ ਉਹ ਭਾਵੇਂ ਕਿੰਨੇ ਹੀ ਵੱਡੇ ਕਿਉਂ ਨਾ ਹੋਣ 2 ਸਾਲ ਦੇ ਅੰਦਰ ਜੇਲ੍ਹ ਵਿੱਚ ਹੋਣਗੇ। ड्रग नेटवर्क के चार्ट को भी हमने मैपिंग कर लिया है और पूरे राज्यों में ड्रग आने का रास्ता कौन सा है और उसके नेटवर्क की संभावनाएं क्या है, उसको भी 472 जिलों में हमने मैप कर राज्यों को भेज दिया है। कितना भी बड़ा अपराधी है, 2 साल में स्थिति ऐसी आने वाली है, इसकी जगह जेल की सलाखों के पीछे। ਇਸ ਦੇ ਨਾਲ ਹੀ ਕੇਂਦਰੀ ਮੰਤਰੀ ਨੇ ਕਿਹਾ ਕਿ ਬੀਐਸਐਫ ਦੇ ਅਧਿਕਾਰ ਖੇਤਰ ਵਿੱਚ ਵਾਧੇ ਦਾ ਵਿਰੋਧ ਕਰਨ ਵਾਲੇ ਲੋਕ ਦਰਅਸਲ ਨਸ਼ੇ ਦੇ ਵਪਾਰੀਆਂ ਦੀ ਮਦਦ ਕਰ ਰਹੇ ਨੇ। जब बीएसएफ को अधिकार देते हैं तो कहते हैं राज्यों के अधिकार ले लिए, तो बीएसएफ वहां क्या करेगी भाई? बीएसएफ वाले पकड़ेंगे, केस करने का अधिकार नहीं है। एसएसबी वाले पकड़ेंगे, केस करने का अधिकार नहीं है। जो लोग इसको पॉलिटिकल इश्यू बना रहे हैं वो ड्रग के कारोबार का समर्थन कर रहे हैं। ਕੇਂਦਰੀ ਮੰਤਰੀ ਨੇ ਇਸ ਪੂਰੇ ਮਾਮਲੇ ਨੂੰ 2 ਪੱਧਰ ਤੇ ਸਮਝਣ ਦੀ ਅਪੀਲ ਕੀਤੀ। ਇੱਕ ਤਾਂ ਦੇਸ਼ ਦੇ ਅੰਦਰ ਕਿਤੋਂ ਵੀ ਬਰਾਮਦ ਹੁੰਦੇ ਨਸ਼ੇ ਦਾ ਸੋਰਸ ਕੀ ਹੈ ਤੇ ਦੂਜਾ ਇਹ ਕਿ ਦੇਸ਼ ਦੀ ਸਰਹੱਦ ਤੋਂ ਫੜਿਆ ਗਿਆ ਨਸ਼ਾ ਦੇਸ਼ ਦੇ ਅੰਦਰ ਕਿੱਥੇ ਤੱਕ ਸਪਲਾਈ ਹੋਣਾ ਸੀ ਅਤੇ ਜੇਕਰ ਇਸ ਦੇ ਨਾਲ ਪੂਰੀ ਸਖਤਾਈ ਨਾਲ ਨਜਿੱਠਣਾ ਹੈ ਤਾਂ ਸੁਰੱਖਿਆ ਏਜੰਸੀਆਂ ਨੂੰ ਵਾਧੂ ਅਧਿਕਾਰ ਦੇਣੇ ਹੋਣਗੇ। एजेंसियां निहत्ती होकर काम नहीं कर सकती मान्यवर, एजेंसियों को अधिकार देना पड़ेगा और मेरा स्पष्ट मानना है कि एजेंसियों को अधिकार देना चाहिए। हमारी एजेंसियों पर, देश की एजेंसियों पर, देश का संसद को अगर भरोसा नहीं है तो किस हिम्मत से वो काम करेंगे? ਕੇਂਦਰੀ ਮੰਤਰੀ ਨੇ ਦਾਅਵਾ ਕੀਤਾ ਕਿ ਕੇਂਦਰੀ ਏਜੰਸੀਆਂ ਐਨਸੀਬੀ ਅਤੇ ਐਨਆਈਏ ਦੀ ਮਦਦ ਦੇ ਨਾਲ ਸੂਬੇ ਦੀਆਂ ਏਜੰਸੀਆਂ ਸਹਿਯੋਗ ਲੈ ਕੇ ਦੇਸ਼ ਦੇ ਅੰਦਰ ਦੂਜੇ ਸੂਬਿਆਂ ਵਿੱਚ ਅਤੇ ਵਿਦੇਸ਼ਾਂ ਵਿੱਚ ਵੀ ਜਾਂਚ ਦਾ ਕੰਮ ਅੱਗੇ ਵਧਾ ਸਕਦੀਆਂ ਨੇ। नारकोटिक्स कंट्रोल ब्यूरो और राज्य की एंटी नारकोटिक्स सारी एजेंसियों ने भी एक पेज पर रहकर काम करना पड़ेगा। सभी आयामों को ये लड़ाई के अंदर एक समान तीव्रता से जोड़ते हैं, तभी जाकर हमारा ड्रग फ्री इंडिया का स्वप्न साकार हो सकता है। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕੁੱਲ ਮਿਲਾ ਕੇ ਪਾਰਲੀਮੈਂਟ ਦੇ ਵਿੱਚ ਨਸ਼ੇ ਦੀ ਤਸਕਰੀ, ਨਸ਼ੇ ਦੇ ਵਪਾਰ ਅਤੇ ਇਸ ਵਪਾਰ ਦੇ ਨਾਲ ਜੁੜੇ ਅਪਰਾਧੀਆਂ ਦੇ ਬਾਰੇ ਕੇਂਦਰ ਸਰਕਾਰ ਦੀ ਨੀਤੀ ਸਪਸ਼ਟ ਕਰ ਦਿੱਤੀ ਕਿ ਇਸ ਤੇ ਜ਼ੀਰੋ ਟੋਲਰੈਂਸ ਦੀ ਨੀਤੀ ਅਪਣਾਈ ਜਾਵੇਗੀ। ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ।
ਤਾਂ ਅੱਜ ਚਰਚਾ ਇਸ ਮੁੱਦੇ ਉੱਤੇ ਹੀ, ਚਰਚਾ ਸਿੱਧੇ ਤੌਰ ਦੇ ਉੱਤੇ ਹੀ ਕਿ ਜ਼ੀਰੋ ਟੋਲਰੈਂਸ ਦਾ ਜ਼ਿਕਰ ਹੋ ਰਿਹਾ ਹੈ, ਪਰ ਜ਼ੀਰੋ ਨਸ਼ਾ ਹੋਵੇਗਾ ਕਿਵੇਂ? ਪੰਜਾਬ ਤੋਂ ਲੈ ਕੇ ਹਰ ਉਸ ਸੂਬੇ ਦੇ ਵਿੱਚ ਜਿੱਥੇ ਨਸ਼ੇ ਦੀ ਵਜ੍ਹਾ ਦੇ ਨਾਲ ਇਸ ਸਮੇਂ ਦਿੱਕਤ ਹੈ, ਔਰ ਇਹ ਸਿਰਫ ਪੰਜਾਬ ਤੱਕ ਨਸ਼ਾ ਨਹੀਂ ਹੈ, ਵੱਖ-ਵੱਖ ਥਾਵਾਂ ਦੇ ਉੱਤੇ ਖਬਰਾਂ ਰਿਕਵਰੀ ਦੀਆਂ ਹੋਣ ਜਾਂ ਫਿਰ ਨਸ਼ਾ ਕਰਨ ਵਾਲਿਆਂ ਦੀਆਂ ਹੋਣ, ਇਹ ਨਸ਼ਰ ਹੁੰਦੀਆਂ ਰਹਿੰਦੀਆਂ ਨੇ। ਤਾਂ ਅੱਜ ਚਰਚਾ ਇਸ ਮੁੱਦੇ ਉੱਤੇ ਕਿ ਨਸ਼ੇ ਦੇ ਉੱਤੇ ਠੱਲ ਪਾਈ ਕਿਵੇਂ ਜਾਵੇਗੀ। ਪੁਆਇੰਟ ਨੰਬਰ 2 ਕਿ ਵਾਕਈ ਇੱਕੋ ਹੀ ਤਰੀਕਾ ਹੈ ਕਿ ਕੇਂਦਰ ਦੀਆਂ ਏਜੰਸੀਆਂ ਨੂੰ, ਚਾਹੇ ਐਸਐਸਬੀ ਹੋਵੇ, ਬੀਐਸਐਫ ਹੋਵੇ, ਉਹਨਾਂ ਨੂੰ ਵੱਧ ਅਧਿਕਾਰ ਦੇ ਦਿੱਤੇ ਜਾਣ ਤੇ ਉਸ ਤੋਂ ਬਾਅਦ ਨਸ਼ੇ ਦੇ ਉੱਤੇ ਲਗਾਮ ਲੱਗ ਸਕੇਗੀ। ਖੈਰ ਚਰਚਾ ਇਸ ਦੇ ਉੱਤੇ ਕਰਾਂਗੇ। ਸ਼ੁਰੂਆਤ ਕਰਦੇ ਹਾਂ, ਸਭ ਤੋਂ ਪਹਿਲਾਂ ਤੁਹਾਡਾ ਤਾਰਫ ਕਰਵਾਉਂਦੇ ਹਾਂ ਅੱਜ ਦੇ ਮਹਿਮਾਨਾਂ ਦੇ ਨਾਲ ਜੋ ਚਰਚਾ ਦੇ ਵਿੱਚ ਸਾਡੇ ਨਾਲ ਸ਼ਾਮਲ ਹੋਣਗੇ। ਸਾਡੇ ਨਾਲ ਐਸਆਰ ਲੱਦੜ ਜੀ ਜੁੜ ਰਹੇ ਨੇ, ਬੀਜੇਪੀ ਨੂੰ ਰਿਪਰੈਜ਼ੈਂਟ ਕਰਨਗੇ। ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਸਾਡੇ ਨਾਲ ਕੰਵਰ ਹਰਪ੍ਰੀਤ ਸਿੰਘ ਜੀ ਜੁੜ ਰਹੇ ਨੇ, ਸਟੂਡੀਓ ਦੇ ਵਿੱਚ ਮੌਜੂਦ ਨੇ, ਕਾਂਗਰਸ ਨੂੰ ਰਿਪਰੈਜ਼ੈਂਟ ਕਰਨਗੇ। ਸਾਡੇ ਨਾਲ ਅਮਰਦੀਪ ਸਿੰਘ ਧਾਰਨੀ ਜੀ ਜੁੜ ਰਹੇ ਨੇ, ਸ਼੍ਰੋਮਣੀ ਅਕਾਲੀ ਦਲ ਨੂੰ ਰਿਪਰੈਜ਼ੈਂਟ ਕਰਨਗੇ। ਧਾਰਨੀ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਵੀ। ਸਾਡੇ ਨਾਲ ਰਾਜੇਸ਼ ਕੁਮਾਰ ਜੀ ਜੁੜ ਰਹੇ ਨੇ, ਸਾਬਕਾ ਆਈਜੀ ਨੇ ਬੀਐਸਐਫ ਦੇ। ਸਰ ਬਹੁਤ ਬਹੁਤ ਸਵਾਗਤ ਹੈ ਨਿਊਜ਼ 18 ਪੰਜਾਬ ਤੇ ਤੁਹਾਡਾ ਵੀ। ਮੈਂ ਸ਼ੁਰੂਆਤ ਕਰਦਾ ਹਾਂ, ਮੈਂ ਸ਼ੁਰੂਆਤ ਦੇ ਵਿੱਚ ਇਹ ਵੀ ਮੈਂਸ਼ਨ ਕਰ ਦਵਾਂ ਕਿਉਂਕਿ ਸੂਬੇ ਦੇ ਵਿੱਚ ਇਸ ਸਮੇਂ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਇਸ ਮੁੱਦੇ ਉੱਤੇ ਉਹਨਾਂ ਦਾ ਹੋਣਾ ਜ਼ਰੂਰੀ ਸੀ। ਅਸੀਂ ਉਹਨਾਂ ਨੂੰ ਸੱਦਿਆ ਪਰ ਉਹਨਾਂ ਦਾ ਨੁਮਾਇੰਦਾ ਇਸ ਚਰਚਾ ਦੇ ਵਿੱਚ ਸ਼ਾਮਿਲ ਨਹੀਂ ਹੋ ਰਿਹਾ। ਸ਼ੁਰੂਆਤ ਕਰਦੇ ਹਾਂ ਕਾਂਗਰਸ ਤੋਂ। ਕੰਵਰ ਹਰਪ੍ਰੀਤ ਜੀ, ਕੇਂਦਰ ਦੀ ਸਰਕਾਰ, ਦੇਸ਼ ਦੇ ਗ੍ਰਹਿ ਮੰਤਰੀ ਕਹਿ ਰਹੇ ਨੇ ਕਿ ਜੇ ਨਸ਼ੇ ਦੇ ਉੱਤੇ ਲਗਾਮ ਲਗਾਉਣੀ ਹੈ ਤਾਂ ਅਧਿਕਾਰ ਦੇਣੇ ਹੋਣਗੇ। ਨਿਹੱਥੀਆਂ ਏਜੰਸੀਆਂ ਬਿਨਾਂ ਅਧਿਕਾਰਾਂ ਤੋਂ, ਤੁਸੀਂ ਉਹਨਾਂ ਤੋਂ ਫਿਰ ਬਹੁਤੀ ਉਮੀਦ ਨਾ ਰੱਖੋ ਕਿ ਉਹ ਨਸ਼ੇ ਦੇ ਉੱਤੇ ਠੱਲ ਪਾ ਸਕਣਗੀਆਂ। ਪੁਆਇੰਟ ਨੰਬਰ 2, ਉਹ ਇਹ ਗੱਲ ਵੀ ਕਹਿ ਗਏ ਕਿ ਜਿਹੜੇ ਬੀਐਸਐਫ ਨੂੰ ਵੱਧ ਅਧਿਕਾਰ ਦੇਣ ਦੇ ਉੱਤੇ ਬਹੁਤ ਰੌਲਾ ਪਾ ਰਹੇ ਨੇ, ਵਿਰੋਧ ਕਰ ਰਹੇ ਨੇ, ਦਰਅਸਲ ਉਹ ਜਿਹੜੇ ਡਰੱਗ ਦੇ ਤਸਕਰ ਨੇ ਇੱਕ ਤਰੀਕੇ ਨਾਲ ਉਹਨਾਂ ਦਾ ਸਮਰਥਨ ਕਰ ਰਹੇ ਨੇ। ਤੁਹਾਡੇ ਵਾਲੇ ਪਾਸੇ ਉਂਗਲ ਹੈ ਸਿੱਧੀ। ਇਹ ਗੌਰਵ ਜੀ ਦੇਖੋ, ਗੱਲ ਇਹ ਹੈ, ਅੱਜ ਅਮਿਤ ਸ਼ਾਹ ਇਹ ਗੱਲ ਕਹਿ ਸਕਦੇ ਨੇ। ਉਹ ਕਿਉਂ ਕਹਿ ਸਕਦੇ ਨੇ? ਕਿਉਂਕਿ ਅੱਜ ਦੀ ਜਿਹੜੀ ਮੌਜੂਦਾ ਪੰਜਾਬ ਦੀ ਸਰਕਾਰ ਹੈ ਉਹ ਆਪਣੀ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਦੇ ਵਿੱਚ ਬਿਲਕੁਲ ਅਸਮਰੱਥ ਨਜ਼ਰ ਆ ਰਹੀ ਹੈ, ਔਰ ਕਿਤੇ ਨਾ ਕਿਤੇ ਗੈਰ ਜ਼ਿੰਮੇਵਾਰ ਤੇ ਗੈਰ ਸੰਜੀਦਾ ਵੀ ਨਜ਼ਰ ਆ ਰਹੀ ਹੈ। ਮਸਲਾ ਇਸ ਗੱਲ ਦਾ ਹੈ ਕਿ ਦੇਖੋ, ਜੇ ਇਹ ਅਮਿਤ ਸ਼ਾਹ ਜੀ ਗੱਲ ਕਰਦੇ ਨੇ ਕਿ ਏਜੰਸੀਆਂ ਨੂੰ ਪਾਵਰਾਂ ਦੇਣੀਆਂ ਪੈਣਗੀਆਂ ਸਭ ਕੁਝ, ਤੇ ਕਿਤੇ ਨਾ ਕਿਤੇ ਦੇਖੋ ਪਹਿਲੀ ਨਜ਼ਰ ਤੇ ਲੱਗਦਾ ਤਾਂ ਇਹ ਹੈ ਕਿ ਪੰਜਾਬ ਨੂੰ ਏਜੰਸੀਆਂ ਦੇ ਹਵਾਲੇ ਕਰਨ ਦੀ ਇੱਕ ਸਾਜ਼ਿਸ਼ ਘੜੀ ਜਾ ਰਹੀ ਹੈ। ਕਿਉਂਕਿ ਇੱਕ ਦੇਖੋ ਸਮਝਣਾ ਪਊਗਾ, ਜਦੋਂ ਦੀ ਇਹ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਉਦੋਂ ਤੋਂ ਜਿਸ ਤਰੀਕੇ ਨਾਲ ਵਾਰਦਾਤਾਂ ਵਿੱਚ ਵਾਧਾ ਹੋਇਆ, ਚਾਹੇ ਲਾਅ ਐਂਡ ਆਰਡਰ ਦੀਆਂ ਵਾਰਦਾਤਾਂ ਜਾਂ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਚੈਲੰਜ ਕਰਦੀਆਂ ਵਾਰਦਾਤਾਂ, ਚਾਹੇ ਲੁੱਟ ਖੋਹ ਹੈ, ਚਾਹੇ ਐਕਸਟੋਰਸ਼ਨ ਦੀਆਂ ਗੱਲਾਂ ਆਪਾਂ ਕਰ ਲਈਏ, ਪਿੱਛੇ ਜਿਸ ਤਰੀਕੇ ਨਾਲ ਆਪਾਂ ਦੇਖਿਆ ਕੱਪੜਾ ਵਪਾਰੀ ਦੀ ਹੱਤਿਆ ਹੋਈ ਹੈ, ਤੇ ਉਸ ਤੋਂ ਬਾਅਦ ਇੱਕ ਹੋਰ ਚੀਜ਼ ਦੇਖਣੀ ਪਊਗੀ ਆਪਾਂ ਨੂੰ ਕਿ ਪੰਜਾਬ ਨੂੰ ਜਿਹੜਾ ਇਹਨਾਂ ਨੇ 50 ਕਿਲੋਮੀਟਰ ਦਾ ਜਿਹੜਾ ਵਧਾਇਆ ਬੀਐਸਐਫ ਦਾ ਦਾਇਰਾ, ਉਹ ਵਧਾਉਣ ਤੋਂ ਬਾਅਦ ਕੀ ਪੰਜਾਬ ਸੇਫ ਹੋ ਗਿਆ? ਕਿ ਪੰਜਾਬ ਦੇ ਵਿੱਚ ਡਰੋਨ ਆਉਣੇ ਬੰਦ ਹੋ ਗਏ? ਕਿ ਪੰਜਾਬ ਦੇ ਵਿੱਚ, ਬਲਕਿ ਮੈਂ ਤਾਂ ਇਹ ਕਹੂੰਗਾ ਕਿ ਆਟੋਮੈਟਿਕ ਰਾਈਫਲਾਂ ਗੈਂਗਸਟਰਾਂ ਕੋਲ ਅੱਜ ਪਹਿਲਾਂ ਨਾਲੋਂ ਜ਼ਿਆਦਾ ਪਹੁੰਚ ਰਹੀਆਂ ਨੇ। ਜਿਹੜੇ ਰਾਕਟ ਲਾਂਚਰਾਂ ਨਾਲ ਇੱਥੇ ਹਮਲੇ, ਚਾਹੇ ਮੋਹਾਲੀ ਇੰਟੈਲੀਜੈਂਸ ਦੇ ਦਫ਼ਤਰ ਦੀ ਗੱਲ ਕਰ ਲਈਏ, ਚਾਹੇ ਤਰਨਤਾਰਨ ਦੇ ਵਿੱਚ ਜਿਹੜਾ ਹੁਣੇ ਤਾਜ਼ਾ ਅਟੈਕ ਹੋਇਆ ਉਹਦੀ ਗੱਲ ਕਰ ਲਈਏ, ਇਹ ਤਾਂ ਵਧੇ ਨੇ। ਡਰੱਗ ਦੀ ਜਿਹੜੀ ਸਮਗਲਿੰਗ ਪਹਿਲੇ ਨਾਲੋਂ ਵਧੀਆ ਦੀਆਂ ਰਿਪੋਰਟਾਂ ਆ ਰਹੀਆਂ ਨੇ। ਨਹੀਂ ਕਮਲ ਜੀ, ਤੁਸੀਂ ਦੋਵੇਂ ਪਾਸੇ ਜ਼ਿਕਰ ਕਰ ਗਏ ਹਰਪ੍ਰੀਤ ਜੀ। ਤੁਸੀਂ ਇੱਕ ਪਾਸੇ ਸੂਬਾ ਸਰਕਾਰ ਨੂੰ ਘੇਰ ਗਏ ਤੇ ਦੂਜੇ ਪਾਸੇ ਤੁਸੀਂ ਕਹਿ ਰਹੇ ਹੋ ਕਿ 50 ਕਿਲੋਮੀਟਰ ਵਾਲਾ ਨਹੀਂ ਹੋਣਾ ਚਾਹੀਦਾ। ਨਹੀਂ, ਮੈਂ ਇਹ ਨਹੀਂ ਕਹਿ ਰਿਹਾ। ਮੈਂ ਇਹ ਕਹਿ ਰਿਹਾ ਕਿ 50 ਕਿਲੋਮੀਟਰ ਜੇਕਰ ਬੀਐਸਐਫ ਨੂੰ ਤੁਸੀਂ ਦੇ ਦਿੱਤਾ ਹੈ, ਉਸ ਤੋਂ ਬਾਅਦ ਜੇਕਰ ਤਾਂ ਇਹ ਆਪਾਂ ਤਾਂ ਮੰਨੀਏ ਕਿ ਤੁਸੀਂ ਕਾਮਯਾਬ ਹੋ ਜੇ ਉਹ ਘਟਨਾਵਾਂ ਦੇ ਵਿੱਚ ਕੋਈ ਕਮੀ ਆਈ ਹੋਵੇ। ਠੀਕ ਹੈ, ਮਤਲਬ ਤੁਸੀਂ ਕਹਿ ਰਹੇ ਹੋ ਕਿ ਜਿਹੜਾ ਰਿਜ਼ਲਟ ਨਹੀਂ ਮਿਲਿਆ 50 ਕਿਲੋਮੀਟਰ ਕਰ ਦਿੱਤਾ ਗਿਆ, ਰਿਜ਼ਲਟ ਨਹੀਂ ਮਿਲਿਆ। ਔਰ ਅੱਜ ਜੇ ਅਮਿਤ ਸ਼ਾਹ ਪਾਰਲੀਮੈਂਟ ਦੇ ਵਿੱਚ ਖੜੇ ਹੋ ਕੇ ਇਹ ਗੱਲ ਕਹਿ ਪਾ ਰਹੇ ਨੇ ਤਾਂ ਉਹ ਪੰਜਾਬ ਸਰਕਾਰ ਦੀ ਨਾਕਾਮੀ ਹੈ। ਪੰਜਾਬ ਸਰਕਾਰ ਦੋਵੇਂ ਚੀਜ਼ਾਂ ਆਪਸ ਵਿੱਚ ਤੁਸੀਂ ਅਲੱਗ-ਅਲੱਗ ਕਰ ਰਹੇ ਹੋ ਨਾ ਜੀ। ਤੁਸੀਂ ਕਹਿ ਰਹੇ ਹੋ ਪਾਰਲੀਮੈਂਟ ਦੇ ਵਿੱਚ ਜੇ ਪੰਜਾਬ ਦਾ ਜ਼ਿਕਰ ਕਰ ਰਹੇ ਹੋ ਤਾਂ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਠੀਕ ਹੈ, ਪਰ ਜੇ ਹੁਣ ਬੀਐਸਐਫ ਦਾ ਜ਼ਿਕਰ ਹੋ ਰਿਹਾ ਫਿਰ ਤੁਹਾਨੂੰ ਪਤਾ ਹੈ ਕਿ ਰਾਜਸਥਾਨ 'ਚ ਕਾਂਗਰਸ ਦੀ ਸਰਕਾਰ ਹੈ, ਇਸ ਕਰਕੇ ਤੁਸੀਂ ਵਿਚਾਲੇ ਵਾਲਾ ਰਾਹ ਵੀ ਨਾਲ ਦੀ ਨਾਲ ਕੱਢ ਲਿਆ। ਦੇਖੋ, ਨਾਮ ਤੇ ਪੰਜਾਬ ਦਾ ਲਿਆ ਗਿਆ ਔਰ ਵਾਰਦਾਤਾਂ ਦੇ ਵਿੱਚ ਵਾਧਾ ਪੰਜਾਬ ਦੇ ਵਿੱਚ ਹੋਇਆ। ਤੁਸੀਂ ਪਿਛਲੇ ਸਮੇਂ ਤੁਸੀਂ ਵਿਰੋਧ ਕਰ ਰਹੇ ਸੀ ਨਾ ਸਰ, ਜਦੋਂ ਇਹ ਸਭ ਕੁਝ ਹੋਇਆ ਵਿਰੋਧ ਕਰ ਰਹੇ ਸੀ। ਜਦੋਂ ਮੈਂ ਗਲਤ ਨਹੀਂ ਹੈ ਤਾਂ ਉਸ ਸਮੇਂ ਕਾਂਗਰਸ ਦੀ ਸਰਕਾਰ ਸੀ। ਗੌਰਵ ਜੀ ਬਿਲਕੁਲ ਅਸੀਂ ਵਿਰੋਧ ਕਰ ਰਹੇ ਸੀ, ਅਸੀਂ ਅੱਜ ਵੀ ਵਿਰੋਧ ਕਰ ਰਹੇ ਹਾਂ। ਮੈਂ ਤਾਂ ਦੱਸ ਰਿਹਾ, ਪੰਜਾਬ ਨੂੰ ਏਜੰਸੀਆਂ ਦੇ ਹੱਥ ਦੇਣ ਦੀ ਸਾਜ਼ਿਸ਼ ਘੜੀ ਜਾ ਰਹੀ ਹੈ ਔਰ ਸਾਫ਼ ਪਤਾ ਲੱਗਦਾ ਚੋਰਾਂ ਨਾਲ ਕੁੱਤੀ ਰਲੀ ਹੈ। ਬਸ ਮੈਨੂੰ ਇਹ ਗੱਲ ਕਹਿਣ 'ਚ ਕੋਈ ਗੁਰੇਜ਼ ਨਹੀਂ ਕਿ ਇਹ ਕਿਤੇ ਨਾ ਕਿਤੇ ਪੰਜਾਬ ਨੂੰ ਡੀਸਟੇਬਲਾਈਜ਼ ਕਰਨ ਦੀ ਭਾਰਤੀ ਜਨਤਾ ਪਾਰਟੀ ਦੀ ਸਾਜ਼ਿਸ਼ ਨਜ਼ਰ ਆਉਂਦੀ ਹੈ। ਮੈਂ ਅਗਲੇ ਮਹਿਮਾਨਾਂ ਦਾ ਰੁੱਖ ਕਰਾਂ, ਰਲੇ ਕੌਣ ਹੋਏ ਨੇ?
ਰਲੇ ਗੈਂਗਸਟਰਾਂ ਨਾਲ ਭਾਰਤੀ ਜਨਤਾ ਪਾਰਟੀ ਰਲੀ ਹੈ, ਜਿਹੜੀ ਉਹਨਾਂ ਨੂੰ ਅਲਾਉ ਕਰ ਰਹੀ ਹੈ ਆਪਣੀਆਂ ਏਜੰਸੀਆਂ ਦੇ ਰਾਹੀਂ ਪੰਜਾਬ ਨੂੰ, ਪੰਜਾਬ ਦੀ ਜਿਹੜੀ ਫੋਰਸਸ ਆ ਉਹਨਾਂ ਦੇ ਹੱਥੋਂ ਖੋਹ ਕੇ ਏਜੰਸੀਆਂ ਦੇ ਹਵਾਲੇ ਕੀਤਾ ਜਾ ਰਿਹਾ, ਤਾਂ ਕਿ ਗੈਂਗਸਟਰਾਂ ਨੂੰ ਸਾਰਾ ਸਮਾਨ, ਚਾਹੇ ਡਰੱਗ ਹੈ ਚਾਹੇ ਹਥਿਆਰ ਹੈ, ਉਹ ਆਸਾਨੀ ਨਾਲ ਪਹੁੰਚ ਸਕਣ। ਪਰ ਤੁਹਾਡੀ ਇਸ ਗੱਲ ਦੇ ਉੱਤੇ ਮੈਂ ਜੇ ਲੋਕ ਮੰਨਣ ਤਾਂ ਇਸ ਦਾ ਮਤਲਬ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਫਿਰ ਤੁਸੀਂ ਕਲੀਨ ਚਿਟ ਦੇ ਰਹੇ ਹੋ। ਆਮ ਆਦਮੀ ਪਾਰਟੀ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਕੰਟਰੋਲ ਕਰਨ ਦੇ ਵਿੱਚ ਫੇਲ ਹੈ, ਉਹ ਤਾਂ ਆਪਾਂ ਨੂੰ ਨਹੀਂ, ਜੇ ਨਜ਼ਰ ਆ ਰਿਹਾ। ਤੁਸੀਂ ਬੀਜੇਪੀ ਤੇ ਇਲਜ਼ਾਮ ਲਗਾਤੇ ਕਿ ਉਹ ਰਲੇ ਹੋਏ ਨੇ, ਤਾਂ ਫਿਰ ਸਰਕਾਰ ਦਾ ਤਾਂ ਸੂਬਾ ਸਰਕਾਰ ਨੂੰ ਇੱਕ ਤਰੀਕੇ ਨਾਲ ਤੁਸੀਂ ਕਹਿ ਰਹੇ ਹੋ ਕਿ ਨਹੀਂ, ਉਹਨਾਂ ਦੇ ਹੱਥ ਜ਼ਿਆਦਾ ਕੁਝ ਨਹੀਂ, ਮੈਂ ਦੱਸਦਾ, ਦੇਖੋ ਸੂਬਾ ਜਿਹੜੀ ਕੇਂਦਰੀ ਸਰਕਾਰ ਹੈ ਉਹਦੀ ਮੈਂ ਤੁਹਾਨੂੰ ਗੱਲ ਦੱਸਤੀ ਹੈ ਕਿ ਪੰਜਾਬ ਨੂੰ ਏਜੰਸੀਆਂ ਦੇ ਹਵਾਲੇ ਕੀਤਾ ਜਾ ਰਿਹਾ ਗੈਂਗਸਟਰਾਂ ਨੂੰ ਫ੍ਰੀ ਹੈਂਡ ਕੰਮ ਕਰਨ ਦਾ ਮੌਕਾ ਦੇਣ ਲਈ। ਇਹ ਰਲੀ ਹੋਈ ਹੈ। ਮੈਂ ਪੰਜਾਬ ਸਰਕਾਰ ਦੀ ਜਿਸ ਤਰ੍ਹਾਂ ਗੱਲ ਕਰੀਏ, ਪੰਜਾਬ ਸਰਕਾਰ ਜਿਸ ਤਰ੍ਹਾਂ ਦੀਆਂ ਕਾਰਵਾਈਆਂ ਕਰ ਰਹੀ ਹੈ, ਜੋ ਸਿੱਧੂ ਮੂਸੇਵਾਲੇ ਦੇ ਮਰਡਰ ਵੇਲੇ ਇਹਨਾਂ ਨੇ ਜਿਨ੍ਹਾਂ ਦੀ ਸਿਕਿਉਰਿਟੀ ਘਟਾਈ, ਉਸ ਨੂੰ ਜਿਸ ਤਰੀਕੇ ਨਾਲ ਪਬਲਿਸਾਈਜ਼ ਕੀਤਾ, ਇਹ ਕੀ ਗੈਰ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਨਹੀਂ ਹੈ? ਜਿਸ ਤਰੀਕੇ ਨਾਲ ਪੰਜਾਬ ਨੂੰ ਬਲਦਾ ਛੱਡ ਕੇ ਮੁੱਖ ਮੰਤਰੀ ਸਾਹਿਬ ਉੱਥੇ ਗਰਬਾ ਕਰਦੇ ਰਹੇ ਪਿਛਲੇ 3 ਮਹੀਨੇ, ਇਹ ਕੀ ਗੈਰ ਜ਼ਿੰਮੇਵਾਰੀ ਨਹੀਂ ਹੈ? ਇਹ ਗੈਰ ਸੰਜੀਦਾਪਣ ਨਹੀਂ ਹੈ? ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਲਗਾਤਾਰ ਘਟਨਾਵਾਂ ਦੇ ਵਿੱਚ ਹੋ ਰਹੇ ਵਾਧੇ ਨੂੰ ਇਹ ਨਜ਼ਰਅੰਦਾਜ਼ ਕਰਕੇ ਤੇ ਪੰਜਾਬ ਦਾ ਖਜ਼ਾਨਾ ਲੁੱਟ ਕੇ ਦੂਜੀਆਂ ਸਟੇਟਾਂ ਦੇ ਵਿੱਚ ਪਹੁੰਚਾਉਣ ਦਾ ਸਿਰਫ ਕੰਮ ਕਰ ਰਹੀ ਹੈ, ਜਿਹੜਾ ਕੰਮ ਕਿਸੇ ਸਮੇਂ ਅਹਿਮਦ ਸ਼ਾਹ ਅਬਦਾਲੀ ਕਰਦਾ ਸੀ, ਪੰਜਾਬ ਦੇ ਵਿੱਚ ਹਮਲਾ ਕਰਦਾ ਸੀ, ਪੰਜਾਬ ਦਾ ਖਜ਼ਾਨਾ ਲੁੱਟ ਕੇ ਲੈ ਜਾਂਦਾ ਸੀ, ਉਹ ਕੰਮ ਇਹ ਕਰੇ ਤਾਂ ਮੁਗਲਾਂ ਤੋਂ ਮਾੜੇ ਨਿਕਲੇ ਨੇ। ਠੀਕ ਹੈ, ਮੈਂ ਤੁਹਾਡੇ ਕੋਲ ਵਾਪਸ ਆਵਾਂਗਾ। ਮੈਂ ਇੱਕ ਵਾਰ ਰੁਕ ਕਰਦਾ, ਬੀਜੇਪੀ ਦਾ ਲੱਦੜ ਸਾਹਿਬ ਸਾਡੇ ਨਾਲ ਨੇ। ਸਰ, ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ। ਦੇਖੋ, ਸਵਾਲ ਸਿੱਧਾ ਜਿਹਾ ਇਹ ਉੱਠਦਾ ਹੈ ਕਿ ਵਾਕਈ ਇੱਕੋ ਇੱਕ ਹੱਲ ਹੈ ਕਿ ਕੇਂਦਰ ਦੀਆਂ ਏਜੰਸੀਆਂ ਨੂੰ ਪਾਵਰਫੁਲ ਕਰ ਦਿਓ ਤੇ ਫਿਰ ਨਸ਼ਾ ਰੁਕ ਜਾਏਗਾ। ਜੇ ਇਹੀ ਕੋਈ ਇੱਕ ਤਰੀਕਾ ਹੈ ਤਾਂ ਕਾਂਗਰਸ ਸਵਾਲ ਚੁੱਕ ਰਹੀ ਹੈ ਕਿ ਰਿਜ਼ਲਟ ਨਹੀਂ ਮਿਲ ਰਹੇ। ਕਈ ਮਹੀਨੇ ਹੋ ਚੁੱਕੇ ਨੇ ਕਿ ਬੀਐਸਐਫ ਦਾ ਦਾਇਰਾ ਜਿਹੜਾ ਵਧਾ ਕੇ 50 ਕਿਲੋਮੀਟਰ ਕਰ ਦਿੱਤਾ ਗਿਆ। ਬੇਸ਼ੱਕ ਵਿਰੋਧ ਹੋਇਆ ਪੋਲੀਟੀਕਲ ਤੌਰ ਦੇ ਉੱਤੇ, ਪਰ ਦਾਇਰਾ ਤਾਂ ਵਧਿਆ ਹੈ, 50 ਕਿਲੋਮੀਟਰ ਤੱਕ ਹੋਇਆ ਹੈ, ਪਰ ਬਾਵਜੂਦ ਉਸਦੇ ਜਿਹੜਾ ਰਿਜ਼ਲਟ ਹੈ ਉਹ ਉਸ ਤਰੀਕੇ ਨਾਲ ਦਿਖਿਆ ਨਹੀਂ। ਇਨਫੈਕਟ ਦਾਅਵੇ ਤਾਂ ਇਹ ਵੀ ਹੋ ਰਹੇ ਨੇ ਕਿ ਪਹਿਲਾਂ ਦੇ ਨਾਲੋਂ ਚਾਹੇ ਡਰੱਗਸ ਹੋਵੇ ਜਾਂ ਹਥਿਆਰਾਂ ਦੀ ਸਪਲਾਈ ਹੋਵੇ, ਉਸ ਦੇ ਵਿੱਚ ਇਜ਼ਾਫਾ ਹੋਇਆ ਹੈ। ਗੌਰਵ ਜੀ, ਮੈਂ ਤੁਹਾਡੇ ਮਾਧਿਅਮ ਰਾਹੀਂ ਦਰਸ਼ਕਾਂ ਨੂੰ ਇਹ ਦੱਸਣਾ ਚਾਹਾਂਗਾ ਕਿ ਜੋ ਦਾਇਰਾ ਵਧਿਆ ਹੈਗਾ ਜੀ, ਉਹ 15 ਕਿਲੋਮੀਟਰ ਸੀ ਪਹਿਲਾਂ, ਤੇ ਪੰਜਾਬ, ਵੈਸਟ ਬੰਗਾਲ ਤੇ ਅਸਾਮ ਦੇ ਵਿੱਚ 3 ਰਾਜਾਂ ਦੇ ਵਿੱਚ ਇਹ 15 ਤੋਂ 50 ਕਿਲੋਮੀਟਰ ਕੀਤਾ ਗਿਆ ਜੀ। ਇਹ ਜਿਹੜਾ ਗੁਜਰਾਤ ਦੇ ਵਿੱਚ 80 ਕਿਲੋਮੀਟਰ ਸੀ ਪਹਿਲਾਂ, ਉਹਨੂੰ ਘਟਾ ਕੇ 50 ਕਿਲੋਮੀਟਰ ਕੀਤਾ ਗਿਆ। ਰਾਜਸਥਾਨ ਦੇ ਵਿੱਚ 50 ਕਿਲੋਮੀਟਰ ਪਹਿਲੇ ਸੀ, ਉਹਨੂੰ ਟੱਚ ਨਹੀਂ ਕੀਤਾ ਗਿਆ ਜੀ। ਸੋ ਇਸ ਤਰੀਕੇ ਦੇ ਨਾਲ ਇਹ ਪੂਰੀ ਜਾਣਕਾਰੀ ਹੈਗੀ ਸਾਡੇ ਕਾਂਗਰਸ ਦੇ ਵਕਤਾਂ ਨੂੰ। ਤੇ ਮੈਂ ਦੂਜਾ ਗੱਲ ਇਹ ਵੀ ਦੱਸਣਾ ਚਾਹਨਾ ਕਿ ਜੋ ਦਾਇਰਾ ਵਧਾਇਆ ਉਹ ਕਿਸ ਵਾਸਤੇ, ਜਿਹੜਾ ਲਾਅ ਐਂਡ ਆਰਡਰ ਸਟੇਟ ਸਬਜੈਕਟ ਹੈ ਗੌਰਵ ਜੀ, ਇਹ ਆਪਣਾ ਬੀਐਸਐਫ ਦੇ ਹੱਥ 'ਚ ਨਹੀਂ ਦੇਤਾ ਹੈਗਾ ਜੀ। ਇਹ ਸਿਰਫ ਤੇ ਸਿਰਫ ਡਰੱਗ ਕੰਟਰੋਲ ਕਰਨ ਦੇ ਵਾਸਤੇ ਜਾਂ ਹਥਿਆਰਾਂ ਦੀ ਕੰਟਰੋਲ ਕਰਨ ਵਾਸਤੇ, ਸਮਗਲਿੰਗ ਰੋਕੀ, ਭਾਵੇਂ ਉਹ ਸੁਰੰਗਾਂ ਰਾਹੀਂ ਹੋਵੇ, ਭਾਵੇਂ ਉਹ ਡਰੋਨਸ ਰਾਹੀਂ ਹੋਵੇ, ਭਾਵੇਂ ਉਹ ਕਿਸੇ ਤਰੀਕੇ ਰਾਹੀਂ ਵੀ ਹੋਵੇ, ਉਹਨੂੰ ਆਪਣਾ ਸੀਜ਼ ਕਰਨ ਵਾਸਤੇ, ਉਹਨਾਂ ਦੀ ਅਰੈਸਟ ਕਰਨ ਲਈ, ਉਹਨਾਂ ਦੀ ਸਰਚ ਕਰਨ ਦੇ ਵਾਸਤੇ ਇੱਕ ਬੀਐਸਐਫ ਨੂੰ ਜਾਂ ਐਸਐਸਬੀ ਨੂੰ, ਜਿਹੜੇ ਸੀਮਾ ਸੁਰੱਖਿਆ ਬਲ ਹੈ, ਉਹਨਾਂ ਨੂੰ ਇੰਪਾਵਰ ਕੀਤਾ ਗਿਆ ਹੈਗਾ। ਮੈਂ ਬਹੁਤ ਧਿਆਨ ਦੇ ਨਾਲ ਮਾਨਯੋਗ ਹੋਮ ਮਿਨਿਸਟਰ ਸਾਹਿਬ ਦਾ ਪੂਰੀ ਸਪੀਚ ਸੁਣੀ ਹੈ ਜੀ। ਉਹਨਾਂ ਨੇ ਇੱਕ ਗੱਲ ਬਹੁਤ ਪਤੇ ਦੀ ਗੱਲ ਕਹੀ ਹੈ ਕਿ ਜਿਹੜਾ ਡਰੱਗ ਸਪਲਾਈ ਹੈ ਇਹ ਆਪਣੇ ਇੰਡੀਆ ਤੋਂ ਬਾਹਰਲੇ ਮੁਲਕਾਂ ਚੋਂ ਆਉਂਦੀ ਹੈ। ਇਹਦੇ ਵਾਸਤੇ ਉਹਨਾਂ ਨੇ ਐਨਸੀਬੀ ਤੇ ਐਨਆਈਏ, 2 ਏਜੰਸੀਆਂ, ਉਹਨਾਂ ਨੂੰ ਐਮਪਾਵਰ ਵੀ ਕੀਤਾ ਹੈਗਾ। ਐਨਸੀਬੀ ਵਿਦਨ ਦਾ ਕੰਟਰੀ ਤੇ ਐਨਆਈਏ ਅਕ੍ਰੋਸ ਦਾ ਕੰਟਰੀ, ਇੰਟਰਨੈਸ਼ਨਲ ਜੀ, ਆਪਣੇ ਜਿਹੜੇ ਕੇਸ ਹੈ ਉਹ ਫੜ ਸਕਦੀ ਹੈ, ਉਹਨਾਂ ਦੇ ਐਕਸ਼ਨ ਲੈ ਸਕਦੀ ਹੈ, ਪਰਚੇ ਦਰਜ ਕਰ ਸਕਦੀ ਹੈ, ਕੋਰਟ ਦੇ ਵਿੱਚ ਜਾ ਸਕਦੀ ਹੈ ਜੀ। ਤੇ ਆਪਣਾ ਜਦੋਂ ਤੱਕ ਦੇਖੋ, ਉਹਨਾਂ ਨੂੰ 53 ਮੈਂਬਰ ਪਾਰਲੀਮੈਂਟ ਨੇ ਪਟੀਸ਼ਨ ਕੀਤਾ ਇਸ ਡਰੱਗ ਕੰਟਰੋਲ ਇਸ਼ੂ ਤੇ, ਔਰ ਇੱਕ ਹੋਮ ਮਿਨਿਸਟਰ ਜੀ ਨੇ ਗੱਲ ਕਹੀ ਹੈ ਕਿ ਉਹਨਾਂ ਨੇ ਆਪਣੀ ਇਸ ਗੱਲ ਤੇ ਖੁਸ਼ੀ ਜ਼ਾਹਿਰ ਕੀਤੀ ਹੈ ਕਿ ਕੋਈ ਵੀ ਸਟੇਟ ਜਾਂ ਸੈਂਟਰ ਗਵਰਨਮੈਂਟ ਇਸ ਤੇ 2 ਰਾਏ ਨਹੀਂ ਰੱਖਦੇ ਕਿ ਇਹ ਜਿਹੜਾ ਹੈਗਾ ਨਸ਼ਾ ਮੁਕਤ ਭਾਰਤ ਜਿਹੜਾ ਹੈਗਾ ਇਹ ਹੋਣਾ ਚਾਹੀਦਾ, ਔਰ ਇਹ ਬਿਨਾਂ ਏਜੰਸੀਆਂ ਦੀ ਕੋਆਪਰੇਸ਼ਨ ਦੇ, ਬਿਨਾਂ ਸੈਂਟਰ ਦੀ ਕੋਆਪਰੇਸ਼ਨ ਦੇ, ਬਿਨਾਂ ਜਿਹੜੇ, ਦੇਖੋ ਉਹਨਾਂ ਨੇ ਇੱਕ ਬਹੁਤ ਵੱਡਾ ਕਦਮ ਲਿਆ ਜਿਹੜਾ ਪਹਿਲਾਂ ਕਦੇ ਨਹੀਂ ਸੀ ਲਿਆ ਜੀ। ਇੱਕ ਉਹਨਾਂ ਨੇ ਇੱਕ ਸੈਂਟਰ ਲੈਵਲ ਦੀ ਏਜੰਸੀ ਬਣਾਈ ਆ ਜੀ, ਇੱਕ ਸਟੇਟ ਲੈਵਲ ਏਜੰਸੀ ਬਣਾਈ ਆ। ਕੋਈ ਸਿੱਧਾ ਜਵਾਬ ਮਿਲਿਆ ਨਾ ਤੋਂ
ਕੋਈ ਸਿੱਧਾ ਜਵਾਬ ਦੱਸੋ ਵੀ ਪਹਿਲਾਂ ਨਾਲੋਂ ਘਟਨਾਵਾਂ ਦੇ ਵਿੱਚ ਕਮੀ ਆਈ ਕਿ ਨਹੀਂ ਆਈ, ਜਾਂ ਵਾਧਾ ਹੋਇਆ ਕਿ ਨਹੀਂ ਵਾਧਾ ਹੋਇਆ। ਤੁਸੀਂ ਆਪਣੇ ਗ੍ਰਹਿ ਮੰਤਰੀ ਸਾਹਿਬ ਦੀ ਚਮਚਾਗਿਰੀ ਕਰਨ ਦੀ ਬਜਾਏ ਜੇ ਕੋਈ ਅੰਕੜੇ ਚਲੋ ਇੱਕ ਵਾਰੀ ਕੰਪਲੀਟ ਕਰ ਲੈਣ ਦਿਓ, ਸਵਾਲ ਆਪਾਂ ਉਹਨਾਂ ਨੂੰ ਪੁੱਛਾਂਗੇ। ਲੱਦਰ ਸਾਹਿਬ ਕੰਪਲੀਟ ਕਰ ਲਓ, ਬਾਕੀ ਮੈਂ ਦਾ ਰੁਕ ਕਰਨਾ। ਮੈਂ ਜੇ ਵਿੱਚ ਹੀ ਬੋਲਣਾ ਹੈਗਾ, ਇਹ ਕੋਈ ਭਾਸ਼ਣਬਾਜ਼ੀ ਕਰਨੀ ਹੈਗੀ ਆ, ਲੌਜਿਕ ਸੁਣਨਾ ਨਹੀਂ ਨਾ ਸਮਝਣਾ ਆ, ਨਹੀਂ ਠੀਕ ਹੈ ਸਰ। ਮੈਂ ਥੋੜਾ ਜਿਹਾ ਇਹ ਵੀ ਚੀਜ਼ ਕਲੀਅਰ ਕਰਾਂ ਕਿ ਜਿਹੜਾ BSF ਦਾ ਦਾਇਰਾ ਜਾਂ ਫਿਰ BSF ਕਿੰਨੇ ਕਿਲੋਮੀਟਰ ਤੱਕ ਹੈ, ਇੱਕ ਪੁਰਾਣਾ ਇਸ਼ੂ ਰਿਹਾ ਹੈ। ਅੱਜ ਇੱਕ ਵਾਰੀ ਫਿਰ ਤੋਂ ਦੁਬਾਰਾ ਇਸ ਕਰਕੇ ਵੀ ਜ਼ਿਕਰ ਹੋ ਰਿਹਾ ਕਿ ਪਾਰਲੀਮੈਂਟ 'ਚ ਜ਼ਿਕਰ ਹੋਇਆ, ਪਰ ਲੋਕ ਇਹੀ ਜਾਣਨਾ ਚਾਹੁੰਦੇ ਨੇ ਕਿ ਵਾਕਈ ਇੱਕੋ ਇੱਕ ਤਰੀਕਾ ਇਸ ਸਮੇਂ ਜਾਂ ਫਿਰ ਫੋਕਸ ਕਰਨ ਦੀ ਜ਼ਰੂਰਤ ਹੈ ਕਿ ਟੈਕਨੀਕ ਦੇ ਤੌਰ ਦੇ ਉੱਤੇ BSF ਨੂੰ ਹੋਰ ਮਜ਼ਬੂਤ ਕੀਤਾ ਜਾਵੇ ਕਿ ਡਰੋਨ ਨਾ ਵੜ ਸਕਣ, ਉਸ ਵੇਲੇ ਪਾਸੇ ਫੋਕਸ ਕੀਤਾ ਜਾਵੇ। ਗੌਰਵ ਜੀ, ਤੁਸੀਂ ਅਗਰ ਆਪਣੀ ਧਿਆਨ ਨਾਲ ਹੋਮ ਮਿਨਿਸਟਰ ਸਾਹਿਬ ਦੀ ਸਪੀਚ ਸੁਣੀ ਹੋਏਗੀ ਤਾਂ ਉਹਨਾਂ ਨੇ ਕੀ ਕਿਹਾ ਕਿ ਵੀ ਫੜੇਗੀ BSF, ਜੇ ਉਹਨਾਂ ਕੋਲ ਪਾਵਰ ਹੈ ਤਾਂ ਉਹ ਆਪਣਾ ਕੋਰਟ 'ਚ ਨਹੀਂ ਜਾ ਸਕਦੇ, ਪਰਚਾ ਦਰਜ ਨਹੀਂ ਕਰ ਸਕਦੇ, ਕਰਾ ਨਹੀਂ ਸਕਦੇ, ਐਕਸ਼ਨ ਲੈ ਨਹੀਂ ਸਕਦੇ। ਟੂਥਲੈਸ ਟਾਈਗਰ ਹੋਏਗਾ ਤਾਂ ਉਹਨਾਂ ਦਾ ਫਾਇਦਾ ਕੀ ਹੈ? ਇਸ ਕਰਕੇ ਜਿਹੜੀ 50 ਕਿਲੋਮੀਟਰ ਦੀ ਉਹਨਾਂ ਨੂੰ ਦਾਇਰਾ ਦਿੱਤਾ ਹੈਗਾ, ਉਹ ਨਸ਼ੇ ਤੇ ਹਥਿਆਰਾਂ ਨੂੰ ਸੀਜ਼, ਸਰਚ ਤੇ ਐਕਸ਼ਨ ਲੈਣ ਲਈ ਦਿੱਤਾ ਹੈਗਾ, ਲਾ ਐਂਡ ਆਰਡਰ ਲਈ ਨਹੀਂ ਦਿੱਤਾ ਹੈਗਾ। ਪੰਜਾਬ ਪੁਲਿਸ ਬਾਰਡਰ ਤੱਕ ਕੰਮ ਕਰ ਸਕਦੀ ਹੈ ਪਹਿਲਾਂ। ਮਤਲਬ ਤੁਹਾਨੂੰ ਤੁਸੀਂ ਇਹ ਕਹਿਣਾ ਚਾਹ ਰਹੇ ਹੋ ਕਿ ਜਿਹੜਾ ਪੁਲਿਸ ਨੂੰ ਹੈਂਡਓਵਰ ਕਰਨਾ ਪੈਂਦਾ ਹੈ ਉੱਥੇ ਵੀ ਦਿੱਕਤ ਹੈ, ਇਸ ਕਰਕੇ ਸਾਰਾ ਕੁਝ ਆਪਣੇ ਕੰਟਰੋਲ ਦੇ ਵਿੱਚ BSF ਰੱਖੇ। ਬਿਲਕੁਲ ਠੀਕ ਹੈ ਸਰ, ਦੋ ਇਸ਼ੂ, ਹਥਿਆਰ ਤੇ ਡਰੱਗਸ, ਨਥਿੰਗ ਐਲਸ। ਠੀਕ ਹੈ ਸਰ, ਥੋੜਾ ਜਿਹਾ ਹੋਲਡ ਕਰਿਓ, ਮੈਂ ਸਾਰੇ ਤੁਹਾਡੇ ਤੋਂ ਅੱਜ ਸਵਾਲਾਂ ਦੇ ਜਵਾਬ ਅਸੀਂ ਲਵਾਂਗੇ। ਮੈਂ ਇੱਕ ਵਾਰੀ ਸਾਰੇ ਮਹਿਮਾਨਾਂ ਨੂੰ ਐਡ ਕਰ ਲਵਾਂ। ਮੈਂ ਇੱਕ ਵਾਰੀ ਰੁਕ ਕਰਦਾ। ਧਾਰਨੀ ਸਾਹਿਬ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਤੋਂ ਜੁੜੇ ਹੋਏ ਨੇ। ਧਾਰਨੀ ਸਾਹਿਬ, ਕੇਂਦਰ ਦੀ ਸਰਕਾਰ ਦੇ ਇਸ ਪੂਰੇ ਬਿਆਨ ਨੂੰ ਤੁਸੀਂ ਕਿਵੇਂ ਦੇਖ ਰਹੇ ਹੋ, ਅਕਾਲੀ ਦਲ ਕਿਵੇਂ ਦੇਖ ਰਿਹਾ ਹੈ? ਤੁਸੀਂ ਫੈਡਰਲ ਸਿਸਟਮ, ਸੂਬਿਆਂ ਦੇ ਅਧਿਕਾਰਾਂ ਦਾ ਜ਼ਿਕਰ ਕਰਦੇ ਹੋ, ਪਰ ਦੂਜੇ ਪਾਸੇ ਨਸ਼ੇ ਦੀ ਮਾਰ ਪੰਜਾਬ ਦੇ ਨੌਜਵਾਨਾਂ ਤੇ ਹੈ, ਇਸ ਤੋਂ ਵੀ ਕੋਈ ਮੁਨਕਰ ਨਹੀਂ ਹੋ ਸਕਦਾ। ਤੇ ਜੇਕਰ ਫਿਰ ਨਸ਼ਾ ਮੁਕਾਉਣਾ ਹੈ, ਸੈਂਟਰ ਦੀ ਸਰਕਾਰ ਕਹਿੰਦੀ ਹੈ, ਗ੍ਰਹਿ ਮੰਤਰੀ ਕਹਿੰਦੇ ਨੇ ਕਿ ਅਧਿਕਾਰ ਤਾਂ ਦੇਣੇ ਪੈਣੇ ਨੇ। ਗੌਰਵ ਜੀ, ਮੈਂ ਸੌਰੀ ਤੁਹਾਨੂੰ ਇੰਟਰਪਟ, ਇਹ ਨਸ਼ੇ ਦਾ ਇਸ਼ੂ ਜਿਹੜਾ ਆ ਕੱਲਾ ਪੰਜਾਬ ਦਾ ਨਹੀਂ ਹੈ। ਬਿਲਕੁਲ, ਮੈਂ ਬਿਲਕੁਲ ਸਟਾਰਟਿੰਗ ਇਹੀ ਜ਼ਿਕਰ ਕੀਤਾ ਜੀ, ਕਿਉਂਕਿ ਆਪਾਂ ਪੰਜਾਬ ਦੇ ਮੁੱਦੇ ਦੇ ਉੱਤੇ ਗੱਲਬਾਤ ਕਰ ਰਹੇ ਹਾਂ, ਇਸ ਕਰਕੇ ਮੈਂ ਪੰਜਾਬ ਤੱਕ ਸੀਮਿਤ ਕਰਨ ਦੀ ਕੋਸ਼ਿਸ਼ ਕੀਤੀ। ਮੈਂ ਸਟਾਰਟਿੰਗ 'ਚ ਜ਼ਿਕਰ ਕੀਤਾ ਸੀ ਕਿ ਉਹ ਸਰਹੱਦੀ ਸੂਬੇ ਨੇ, ਚਾਹੇ ਫਿਰ ਰਾਜਸਥਾਨ ਹੋਵੇ, ਇਨਫੈਕਟ ਜਿਹੜੇ ਸਰਹੱਦੀ ਸੂਬੇ ਨਹੀਂ ਨੇ ਉੱਥੇ ਵੀ ਨਸ਼ੇ ਦੀ ਪ੍ਰੋਬਲਮ ਤਾਂ ਹੈਗੀ ਹੈ। ਧਾਰਨੀ ਸਾਹਿਬ। ਗੌਰਵ ਜੀ ਦੇਖੋ, ਦੋਹੇ ਚੀਜ਼ਾਂ ਜਿਹੜੀਆਂ ਹੈਗੀਆਂ ਅਲੱਗ-ਅਲੱਗ ਹੈਗੀਆਂ ਜੀ। ਜਿੱਥੋਂ ਤੱਕ ਤਾਂ ਫੈਡਰਲ ਸਿਸਟਮ ਦੀ ਗੱਲ ਹੈਗੀ ਆ, ਸਟੇਟ ਦੇ ਵੱਧ ਅਧਿਕਾਰਾਂ ਦੀ ਗੱਲ ਹੈਗੀ ਆ, ਜਿਹਦੇ ਲਈ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਲੜਾਈ ਲੜਦਾ ਰਿਹਾ ਹੈਗਾ। ਜਦੋਂ ਉਹਨਾਂ ਦੇ ਵਿੱਚ ਦਖਲਅੰਦਾਜ਼ੀ ਸੈਂਟਰ ਵੱਲੋਂ ਕੀਤੀ ਜਾਂਦੀ ਹੈ ਤਾਂ ਕਿਤੇ ਨਾ ਕਿਤੇ ਜਿਹੜਾ ਹੈਗਾ ਸੂਬੇ ਦੀਆਂ ਪਾਵਰਾਂ ਜਿਹੜੀਆਂ ਹੈਗੀਆਂ ਘਟ ਜਾਂਦੀਆਂ ਹੈਗੀਆਂ, ਔਰ ਸੂਬਿਆਂ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਮੈਂ ਸਮਝਦਾ ਕਿ ਏਜੰਸੀਆਂ ਦਾ ਰਾਜ ਕਰਾਉਣ ਵਾਲੀ ਗੱਲ ਹੋ ਜਾਂਦੀ ਹੈ। ਔਰ ਤੁਸੀਂ ਇੱਕ ਗੱਲ ਕਹੀ ਕਿ ਅਸੀਂ ਜਿਹੜਾ ਹੈਗਾ ਪਹਿਲਾਂ ਬੁਲਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਆਮ ਆਦਮੀ ਪਾਰਟੀ ਨੂੰ, ਆਮ ਆਦਮੀ ਪਾਰਟੀ ਦੇਖੋ, ਮੈਂ ਤੁਹਾਨੂੰ ਇੱਕ ਦੇਖੋ ਤੁਹਾਡੇ ਕੋਲ ਸਾਰੀਆਂ ਹੁੰਦੀਆਂ ਸਟੇਟਮੈਂਟਸ ਹੁੰਦੀਆਂ ਹੈਗੀਆਂ। ਮੈਂ ਪਿਛਲੇ ਟਾਈਮ ਦੇ ਵਿੱਚ ਤੁਹਾਡੇ ਚੈਨਲਾਂ ਦੇ ਉੱਤੇ ਜਦੋਂ ਇਹ 50 ਕਿਲੋਮੀਟਰ ਦਾ ਦਾਇਰਾ ਕੀਤਾ ਗਿਆ ਸੀ, ਅਸੀਂ ਬਹੁਤ ਸਾਰੀਆਂ ਡਿਬੇਟਾਂ ਦੇ ਵਿੱਚ ਆਮ ਆਦਮੀ ਪਾਰਟੀ ਤੇ ਅਸੀਂ ਬੈਠਦੇ ਰਹੇ, ਜਿਹਦੇ ਵਿੱਚ ਉਹ ਵੀ ਵਿਰੋਧ ਕਰਦੇ ਸੀ, ਅਸੀਂ ਵੀ ਵਿਰੋਧ ਕਰਦੇ ਸੀ ਜੀ। ਪਰ ਇਹਨਾਂ ਦੀ ਐਸੀ ਹਾਲਾਤ ਹੈਗੇ ਆ ਕਿ ਜਿਸ ਦਿਨ ਭਗਵੰਤ ਮਾਨ ਸਾਹਿਬ ਨੇ ਆਪਣੀ ਸਪੀਚ, ਉਸ ਦਿਨ ਜਿਸ ਦਿਨ ਮੋਦੀ ਸਾਹਿਬ ਚੰਡੀਗੜ੍ਹ ਦੇ ਵਿੱਚ ਕੈਂਸਰ ਹਸਪੀਟਲ ਦਾ ਉਦਘਾਟਨ ਕਰਨ ਲਈ ਆਏ, ਜਦੋਂ ਉੱਥੇ ਸਪੀਚ ਦਿੱਤੀ, ਤੁਸੀਂ ਉਹ ਸਪੀਚ ਚਲਾ ਦਿਓ ਕਿ ਇਹ ਜਿਹੜੇ ਹੈਗੇ ਆ, ਇਹ ਆਮ ਆਦਮੀ ਪਾਰਟੀ ਇਹ ਉਹਨਾਂ ਦੀ ਹੀ ਇੱਕ ਫੌਜ ਹੈਗੀ ਹੈ ਸੈਂਟਰ ਦੀ, ਔਰ ਉਹਨਾਂ ਦੀ ਬੀ ਟੀਮ, ਅਸੀਂ ਇਹਨਾਂ ਨੂੰ ਪਹਿਲਾਂ ਤੋਂ ਹੀ ਕਹਿੰਦੇ ਹੈਗੇ ਆ। ਇਹਨਾਂ ਨੇ ਰਲ ਕੇ ਜਿਹੜਾ ਹੈਗਾ ਸੈਂਟਰ ਦੀ ਜਿਹੜੀ ਹੈਗੀ ਆ ਏਜੰਸੀਆਂ ਨੂੰ ਪੰਜਾਬ ਦੇ ਵਿੱਚ ਬਿਠਾਇਆ ਔਰ ਪੰਜਾਬ ਦੇ ਫੈਡਰਲ ਸਿਸਟਮ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਹੁਣ ਮੈਂ ਤੁਹਾਨੂੰ ਦੱਸਦਾ ਕਿ ਕਿਵੇਂ ਇਹਨਾਂ ਨੇ ਉਸ ਗੱਲ ਨੂੰ ਮਤਲਬ ਕਿਵੇਂ ਘਮਾਉਣ ਦੀ ਕੋਸ਼ਿਸ਼ ਕੀਤੀ। ਤੁਹਾਨੂੰ ਯਾਦ ਹੋਊਗਾ ਕਿ ਮੌਜੂਦਾ DGP ਸਾਹਿਬ ਜਦੋਂ ਬਣੇ ਨਾ ਤਾਂ 3-4 ਦਿਨ ਨਾ ਜਿਹੜਾ ਹੈਗਾ ਬਹੁਤ ਸਾਰਾ ਸਿਸਟਮ ਦੇ ਵਿੱਚ ਚੇਂਜ ਆਈਆਂ ਸੀ। ਤੁਸੀਂ ਦੇਖਿਆ ਹੋਣਾ ਕਿ ਡਰੱਗ ਦੇ ਪੈਡਲਰਸ ਨੂੰ ਜਾ ਕੇ ਗੁਜਰਾਤ ਦੇ ਵਿੱਚ ਫੜਿਆ ਗਿਆ, ਔਰ ਉਸ ਟਾਈਮ ਦੇ ਉੱਤੇ ਆਮ ਇੱਥੇ ਦੀ ਜਿਹੜੀ ਪੁਲਿਸ ਸੀ ਉਹ ਬੜੀ ਸਮਕਸ਼ ਹੋ ਗਈ ਸੀ ਕਿ ਉਸਨੇ ਜਾ ਕੇ ਜਿਹੜਾ ਹੈਗਾ ਗੁਜਰਾਤ ਦੇ ਵਿੱਚ ਡਰੱਗ ਪੈਡਲਰ ਜਿਹੜੇ ਫੜ ਲਏ। ਹੁਣ ਅਗਲੀ ਗੱਲ ਇਹ ਹੈਗੀ ਆ ਕਿ ਦੇਖੋ ਦੋਏ ਤਿੰਨੇ ਚੀਜ਼ਾਂ ਦੇਖੋ,
ਏਜੰਸੀਆਂ ਜਿਵੇਂ NIA ਹੈਗੀ ਆ, ਜੀ। ਉਸ ਦਾ ਦੇਸ਼ ਭਰ ਦੇ ਵਿੱਚ ਕੰਮ ਕਰਨਾ ਇੱਕ ਵੱਖਰੀ ਗੱਲ ਹੈਗੀ ਆ। ਇੱਕ BSF ਜਿਹੜੀ ਹੈਗੀ ਆ, ਤੁਸੀਂ ਉਹਦੀਆਂ ਪਾਵਰਾਂ ਕੀ ਹੈਗੀਆਂ, ਬਾਰਡਰ ਸਿਕਿਉਰਿਟੀ ਫੋਰਸ, ਔਰ ਜਦੋਂ ਬਾਰਡਰ ਦੀ ਗੱਲ ਕਰਦੇ ਹੈਗੇ ਆ ਤੁਸੀਂ 50 ਕਿਲੋਮੀਟਰ ਦਾ ਦਾਇਰਾ ਦੇ ਦਿੰਦੇ ਹੈਗੇ ਆ, ਤਾਂ ਇਹਦਾ ਮਤਲਬ ਇਹ ਹੈਗਾ ਹੈ ਕਿ ਤੁਸੀਂ ਅਟਾਰੀ ਤੋਂ ਤੁਸੀਂ ਜਿਹੜਾ ਹੈਗਾ ਕਰਤਾਰਪੁਰ ਜਾਂ ਜਲੰਧਰ ਤੱਕ ਦਾ ਜਿਹੜਾ ਏਰੀਆ ਉਹਨਾਂ ਨੂੰ ਦੇ ਦਿੰਦੇ ਹੈਗੇ ਆ, ਔਰ ਉਸ ਏਰੀਏ ਦੇ ਔਰ ਜਿਹੜੀ ਵੀ ਸਪਲਾਈ ਹੁੰਦੀ ਹੈਗੀ ਆ, ਇਹਦਾ ਮਤਲਬ ਇਹ ਹੋਇਆ ਕਿ 50 ਕਿਲੋਮੀਟਰ ਦੇ ਵਿੱਚ BSF ਹੈ ਜਿਹੜੀ ਖਿੜੀ ਵੀ ਜਿਹੜੀ ਹੈਗੀ ਆ ਕੰਮ ਕਰ ਰਹੀ ਹੈਗੀ ਆ। ਜੇ ਆਪਾਂ ਦੂਏ ਪਾਸੇ ਦੇਖੀਏ ਤਾਂ ਬਾਰਡਰ ਦੇ ਉੱਤੇ ਇਹਨਾਂ ਦੇ ਉੱਪਰ ਦੀ ਜਿਹੜੇ ਹੈਗੇ ਡਰੋਨ ਲੰਘ ਰਹੇ ਹੈਗੇ ਆ, ਉਹ ਡਰੋਨ ਉੱਪਰ ਦੀ ਲੰਘਦੇ ਆ ਜਾਂ ਜਿੱਧਰ ਦੀ ਵੀ ਲੰਘਦੇ ਹੈਗੇ ਆ, ਉਸ ਟਾਈਮ ਦੇ ਉੱਤੇ BSF ਜਿਹੜੀ ਹੈਗੀ ਆ ਉਹ ਕਿਤੇ ਨਾ ਕਿਤੇ ਉਹਨਾਂ ਦੀ ਨਫਰੀ ਹੈ ਜਿਹੜੀ ਬਾਰਡਰ ਦੀ ਲਾਈਨ ਦੇ ਉੱਤੇ ਘਟ ਜਾਂਦੀ ਹੈਗੀ ਆ। ਸੋ ਜਿਹੜੇ ਪਰਪਸ ਲਈ ਚਾਹੇ ITBP ਹੈਗੀ ਆ ਉਹਦਾ ਕੀ ਰੋਲ ਹੈਗਾ, BSF ਹੈ ਉਹਦਾ ਕੀ ਰੋਲ ਹੈਗਾ, ਪਰ ਇਹ ਜਿਹੜੀਆਂ ਹੈਗੀਆਂ ਨਾ ਇਹ ਬਿਲਕੁਲ ਸਹੀ ਗੱਲ ਹੈਗੀ ਆ ਕਿ ਪੰਜਾਬ ਦੇ ਫੈਡਰਲ ਸਿਸਟਮ ਨੂੰ ਵੀਕ ਕਰਨ ਵਾਸਤੇ ਤੁਸੀਂ ਅੱਜ ਵੀ ਖੁੱਲ੍ਹ ਕੇ ਵਿਰੋਧ ਕਰਦੇ ਹੋ ਕਿ 50 ਕਿਲੋਮੀਟਰ ਵਾਲਾ ਨਹੀਂ ਚਾਹੀਦਾ? ਬਿਲਕੁਲ ਨਹੀਂ ਚਾਹੀਦਾ। ਦੇਖੋ ਪਤਾ ਕੀ ਹੈਗਾ, ਨਹੀਂ ਜੇ ਨਸ਼ਾ ਰੁਕ ਜਾਵੇ ਧਾਰਨੀ ਸਾਹਿਬ, ਤੁਹਾਨੂੰ ਨਹੀਂ ਲੱਗਦਾ ਕਿ ਕੋਈ ਗੱਲ ਨਹੀਂ ਨਸ਼ਾ ਤਾਂ ਰੁਕ ਜਾਵੇ? ਨੌਜਵਾਨਾਂ ਦੇ ਮੌਤ ਦੀਆਂ ਖਬਰਾਂ ਜਿਹੜੀਆਂ ਆਉਂਦੀਆਂ ਨੇ ਬੜੀ ਟੈਨਸ਼ਨ ਵਧਾਉਂਦੀਆਂ ਨੇ ਉਹ। ਬਿਲਕੁਲ ਅਸੀਂ ਵੀ ਇਹ ਚਾਹੁੰਦੇ ਹੈਗੇ ਆ, ਪਰ ਮੈਂ ਦੂਜੇ ਪਾਸੇ ਪੁੱਛਦਾ ਫਿਰ ਪੰਜਾਬ ਪੁਲਿਸ ਕਾਹਦੇ ਵਾਸਤੇ ਰੱਖੀ ਹੈ? ਸਾਰੇ ਜਿਹੜੀ ਹੈਗੇ BSF ਲਾ ਦਿਓ, ਥਾਣੇ ਵੀ ਉਹਨਾਂ ਨੂੰ ਦੇ ਦਿਓ, ਕਿਉਂਕਿ ਪੰਜਾਬ ਪੁਲਿਸ ਨੂੰ ਤੁਸੀਂ ਇਹ ਸਮਝਦੇ ਹੈਗੇ ਆ ਕਿ ਪੰਜਾਬ ਪੁਲਿਸ ਕਿਸੇ ਕੰਮ ਦੀ ਨਹੀਂ ਹੈਗੀ, ਔਰ ਪੰਜਾਬ ਪੁਲਿਸ ਨੂੰ ਪਾਵਰਾਂ ਤੁਸੀਂ ਦੇਖਿਆ ਕਿ ਘਟਾਈਆਂ ਵੀ ਆ ਪੰਜਾਬ ਪੁਲਿਸ ਦੀਆਂ, ਔਰ ਪੰਜਾਬ ਪੁਲਿਸ ਆਪਣੇ ਤਰੀਕੇ ਦੇ ਨਾਲ ਕੰਮ ਨਹੀਂ ਕਰ ਸਕਦੀ ਕਿਉਂਕਿ ਉਹਨਾਂ ਦੇ ਸਿਰ ਤੇ ਬੈਠੇ। ਤੁਸੀਂ ਗੈਂਗਸਟਰਾਂ ਵਾਲੇ ਮਾਮਲੇ ਦੇ ਵਿੱਚ ਦੇਖ ਲਓ ਕਿ ਇੱਕ ਗੈਂਗਸਟਰ ਦਾ ਇੱਕ ਮਰਡਰ ਸਿੱਧੂ ਮੂਸੇਵਾਲਾ ਦਾ ਹੁੰਦਾ ਹੈ, ਔਰ ਜੇਲਾਂ ਜਿਹੜੀਆਂ ਹੈਗੀਆਂ NIA ਜਿਹੜੀ ਆ ਦਿੱਲੀ ਦੀ ਜਿਹੜੀ ਉਹ ਹੈਗੀ ਆ ਉਹ ਚੱਕ ਕੇ ਕਿੱਥੋਂ ਲਿਆਉਂਦੀ ਹੈਗੀ ਆ, ਦਿੱਲੀ ਵਾਲੇ ਕਰ ਰਹੇ ਆ ਕਾਰਵਾਈ। ਦੇਖੋ ਇੱਕ ਮਿੰਟ ਜਦੋਂ ਡੇਰਾ ਪ੍ਰੇਮੀ ਦਾ ਮਰਡਰ ਹੁੰਦਾ ਹੈਗਾ ਉਸ ਦੇ 6 ਬੰਦੇ ਜਿਹੜੇ ਉਹ ਸ਼ੂਟਰ ਹੁੰਦੇ ਹੈਗੇ ਆ ਉਹ ਸ਼ੂਟ ਕਰਕੇ ਜਾਂਦੇ ਹੈਗੇ ਆ, ਉਹਨਾਂ ਨੂੰ ਪਟਿਆਲੇ ਦੇ ਨੇੜੇ ਆ ਕੇ ਬਖਸ਼ੀਵਾਲਾ ਦੇ ਵਿੱਚ ਉਹਨਾਂ ਨੂੰ ਫੜਦਾ ਕੌਣ ਹੈ? ਦਿੱਲੀ ਦੀ ਪੁਲਿਸ, ਦਿੱਲੀ ਦੀ NIA। ਤੇ ਮਤਲਬ ਤੁਸੀਂ ਕੀ ਕਹੋਗੇ ਕਿ ਉਹਨਾਂ ਨੂੰ ਇਹਦਾ ਮਤਲਬ ਉਹਨਾਂ ਦੀ ਜਿਹੜੀ ਹੈਗੀ ਇੰਟੈਲੀਜੈਂਸ ਜ਼ਿਆਦਾ ਹੈਗੀ ਆ, ਪੰਜਾਬ ਪੁਲਿਸ ਦੀ ਕੋਈ ਗੱਲਬਾਤ ਨਹੀਂ ਹੈਗੀ। ਪੰਜਾਬ ਪੁਲਿਸ ਨੂੰ ਇੱਕ ਕਿਸਮ ਦਾ ਕਨਫਾਈਨ ਕਰਕੇ ਰੱਖਿਆ ਵਾ ਇਸ ਸਰਕਾਰ ਨੇ। ਠੀਕ ਹੈ, ਤੁਸੀਂ ਸੈਂਟਰ ਦੇ ਉੱਤੇ ਇਲਜ਼ਾਮ ਲਗਾ ਰਹੇ ਹੋ। ਸਰ ਮੈਂ ਤੁਹਾਡੇ ਕੋਲ ਵਾਪਸ ਆਵਾਂਗਾ, ਲੱਦਰ ਸਾਹਿਬ ਤੁਸੀਂ ਵੀ ਰਿਐਕਟ ਕਰਿਓ, ਪਰ ਉਸ ਤੋਂ ਪਹਿਲਾਂ ਮੈਂ ਰੁਕ ਕਰਦਾ। ਸਾਡੇ ਨਾਲ ਸਾਬਕਾ IG ਜੁੜੇ ਹੋਏ ਨੇ BSF ਦੇ ਰਾਜੇਸ਼ ਕੁਮਾਰ ਜੀ। ਸਰ ਦੇਖੋ ਬਹੁਤ ਇੱਥੇ ਤਕਰਾਰ ਹੋ ਰਹੀ ਹੈ, ਬਹੁਤ ਇੱਥੇ ਗੱਲਬਾਤ ਹੋ ਰਹੀ ਹੈ ਕਿ BSF ਨੂੰ ਪਾਵਰਫੁਲ ਹੋਰ ਕੀਤਾ ਜਾਵੇ। ਤੁਹਾਨੂੰ ਲੱਗਦਾ ਹੈ ਕਿ BSF ਨੂੰ ਹੋਰ ਤਾਕਤ ਦੀ ਜ਼ਰੂਰਤ ਹੈ, ਹੋਰ ਪਾਵਰਫੁਲ ਕਰਨ ਦੀ ਜ਼ਰੂਰਤ ਹੈ? ਪੁਆਇੰਟ ਨੰਬਰ 2 ਕਿ BSF ਦਾ ਜੇ ਅਧਿਕਾਰ ਖੇਤਰ 50 ਕਿਲੋਮੀਟਰ ਕਰ ਦਿੱਤਾ ਗਿਆ, ਕੀ ਸਟੇਟ ਦੇ ਕੰਮ ਦੇ ਵਿੱਚ ਉਸ ਨੂੰ ਦਖਲਅੰਦਾਜ਼ੀ ਤੁਸੀਂ समझते हो या नहीं? देखिए, पहले मैं जो आपके 50 किलोमीटर वाला जो इशू है इसके ऊपर आता हूं जी। बीएसएफ बनी थी 1965 में जी। उस समय आप खुद जानते होंगे कि किस तरह के मीन्स ऑफ कम्युनिकेशन थे, किस तरह की गाड़ियां थी, पाकिस्तान की क्या औकात थी, बॉर्डर के ऊपर क्या सिस्टम था। तो उस समय जो 15 किलोमीटर का एरिया था वो सफिशिएंट समझा गया जिसमें कि बीएसएफ ऑपरेट कर लेगी जी। जैसे जैसे हम आगे बढ़ते गए, टेक्नोलॉजी आगे बढ़ती गई, विकास होता गया, जो पहले वहां मोटरसाइकिल स्कूटर गांव में 1 या 2 के किसी के पास होता था, आज गांव के अंदर 20-20 कारें हैं। वो कार में आदमी या कल्प्रिट या जो भी क्रिमिनल है वो बैठ करके 15 किलोमीटर को तो जैसे कहते हैं झटके में निकल जाता था। और उस चीज को देखते हुए हमें पता लगता था कि जब तक हमें कोई खबर मिलती थी, हम कुछ एक्शन लेते थे, तब तक वो क्रिमिनल जो है हमारे इलाके से बाहर हो जाता था और हम पीछे बस उसको चेस करके और वहीं जा करके बैठ जाते थे। हमारे पास खाली जो एक मौका होता था वो ये था कि हम पंजाब पुलिस को इन्फॉर्म कर दें, उसके बाद वो आगे उसके ऊपर कार्रवाई करें क्योंकि वो हमारे एरिया से बाहर निकल गया है। धीरे धीरे अभी कुछ सालों में ये ड्रोन की टेक्नोलॉजी आ गई। जो ड्रोन है वो आसमान में आकर के वो 10-12 किलोमीटर आसानी से आ सकते हैं अगर वो सक्षम है तो 10-12 किलोमीटर उनके लिए अंदर आना कोई बड़ी बात नहीं है।
जी उस हालत में अगर बीएसएफ ने एक्शन लेना हो तो उसके हाथ तो बंद गए। क्यों? क्योंकि ड्रोन तो आया, उसने सामान गिराया, 15 किलोमीटर से अगर बाहर है तो उसके बाद बीएसएफ कुछ नहीं कर सकती सिवाय पुलिस को खबर करेगी। जब तक पुलिस आएगी, उस एरिया को आइडेंटिफाई करेगी, तब तक वो सामान वहां से जो भी स्मगलर हैं या जो भी क्रिमिनल हैं उसको उठा करके ले जाते हैं। जी यार उन चीजों को देखते हुए, जो क्रिमिनल थे उनकी मोबिलिटी को देखते हुए, जो ड्रोन्स हैं उनको देखते हुए, ये जरूरी हो गया कि बीएसएफ की जो एरिया ऑफ रिस्पॉन्सिबिलिटी है उसकी डेप्थ को बढ़ाया जाए। यानी बीएसएफ के जो एरिया ऑफ जुरिस्डिक्शन है अलोंग द बॉर्डर, जो 15 किलोमीटर था, उसको बढ़ा करके 50 किलोमीटर तक लाया जाए। ये जो 50 किलोमीटर लाए, ऐसा नहीं कि किसी को ध्यान आ गया चलो 50 कर देते हैं राउंड फिगर में, ऐसा नहीं है। ये सारी चीजें उस चीज को ध्यान में रख के की गई हैं कि एक क्रिमिनल को पकड़ने के लिए हमें कितना समय चाहिए, हमारे पास क्या मीन्स है, क्रिमिनल के पास क्या मीन्स है, जो ड्रोन हमारे पास आज की तारीख में आ रहे हैं वो कहां तक अंदर घुस सकते हैं और कहां पर हम उनको इंटरसेप्ट कर सकते हैं। जी तो ये है कहानी जो 50 किलोमीटर एरिया को बढ़ाने की। जी दूसरा, उसमें आप कहते हैं कि साहब वो 50 किलोमीटर बढ़ने से जो सारा पंजाब का आधा हिस्सा बीएसएफ के पास चला गया। जी अरे बीएसएफ के पास कोई हिस्सा नहीं आया है। जो भी पुलिस है उसकी बॉर्डर के लाइन तक उसकी जो पावर है वो उसके पास ही है। लॉ एंड ऑर्डर का पूरा जिम्मेवारी बॉर्डर के आखिरी लाइन तक पुलिस की है। बीएसएफ का उसमें कोई दखल नहीं है। वरना 15 किलोमीटर के एरिया में भी बीएसएफ और पुलिस दोनों काम करती थी, वही काम अब 50 किलोमीटर के एरिया में बीएसएफ और पुलिस अभी भी करेगी। सिर्फ बीएसएफ को एरिया ऑफ रिस्पॉन्सिबिलिटी उसका पीछे बढ़ा दिया गया है। ठीक। दूसरा था पावर बढ़ाने की बात। जी तो देखिए, आप किसी आदमी को अगर कोई काम देते हैं, उससे चाहते हैं कि उससे रिजल्ट मिले, तो जब तक आप उसको काम करने के लिए उसको टूल नहीं देंगे तब तक वो काम कैसे करेगा। बीएसएफ है, आपने वहां पर से हथियार देकर के तो खड़ा कर दिया, लेकिन उसके पास बाकी कोई पावर नहीं छोड़ी कि वो आकर के क्रिमिनल्स के अगेंस्ट में, स्मगलर्स के अगेंस्ट में, या जो भी नशे के कारोबारी है उसके अगेंस्ट में कोई एक्शन ले सके। अगर एक्शन नहीं ले सकते तो बीएसएफ को आप 50 किलोमीटर, 100 किलोमीटर, 200 किलोमीटर कर दो, कोई फर्क नहीं पड़ेगा। तो इसलिए बीएसएफ को ये पावर देना जरूरी था कि वो इस तरह के नशे और हथियार के केसेस में बीएसएफ केस दाखिल कर सके। अभी तक क्या होता था जी, एक मिनट, एक चीज प्लीज कंप्लीट कर लीजिए। बीएसएफ को जो भी कोई इशू होता था वो होने के बाद में उसको एक पर्चा बना करके बस खाली पुलिस में देना होता था, आगे की सारी कार्रवाई पुलिस करती थी। और जब तक पुलिस में जाएगा, पुलिस से आगे जाएगा, करते करते बहुत लेट हो जाता था। इसलिए जरूरी यह हुआ कि पावर जो है बीएसएफ को दी जाए इस चीज के लिए, ताकि बीएसएफ अपने लेवल के ऊपर कोऑर्डिनेट कर सके और आगे उसके ऊपर कार्रवाई कर सके। ठीक है सर, मैं आपके पास वापस आऊंगा। जो आप अधिकारों का जिक्र कर रहे हैं उसके ऊपर भी एक दो सवाल अभी जरूर लेने बाकी हैं। हरप्रीत जी, देखो बीजेपी कुछ बोल रही है, ਤੁਸੀਂ ਉਸ ਦੇ ਉੱਤੇ ਵੱਖਰੇ ਤਰੀਕੇ ਨਾਲ ਰਿਐਕਟ ਕਰ ਸਕਦੇ ਹੋ, ਪਰ ਬੀਐਸਐਫ ਦੇ ਨਾਲ ਜੁੜੇ ਰਹੇ ਨੇ ਜੋ ਬਹੁਤ ਵੱਡੇ ਰੈਂਕ ਦੇ ਉੱਤੇ, ਉਹ ਕਹਿ ਰਹੇ ਨੇ ਕਿ ਇਸ ਚੀਜ਼ ਨੂੰ ਸਮਝੋ ਕਿ ਜੋ ਅੱਜ ਤੋਂ 50-60 ਸਾਲ ਪਹਿਲਾਂ ਸੀ ਸਥਿਤੀ ਉਹ ਅੱਜ ਨਹੀਂ ਹੈ। ਹੋ ਸਕਦਾ ਹੈ ਕਿ ਅੱਜ ਤੋਂ 10 ਸਾਲ ਬਾਅਦ ਟੈਕਨੀਕਸ ਹੋਰ ਵੱਖਰੀਆਂ ਹੋ ਗਈਆਂ ਹੋਣ ਤੇ ਸ਼ਾਇਦ ਦਾਇਰਾ ਹੋਰ ਵਧਾਉਣਾ ਪਵੇ। ਉਹਨਾਂ ਚੀਜ਼ਾਂ ਨੂੰ ਪੋਲੀਟੀਕਲ ਤੌਰ ਦੇ ਉੱਤੇ ਦਿਮਾਗ ਦੇ ਵਿੱਚ ਸਿਆਸੀ ਪਾਰਟੀਆਂ ਨਹੀਂ ਰੱਖ ਰਹੀਆਂ। गौरव जी, मैंने 2 मिनट का समा दिओ, मैं सारा समझा। जी जी प्लीज। देखो, ਜਿਹੜੇ ਤਾਂ ਰਜੇਸ਼ ਜੀ ਨੇ, ਇਹ ਠੀਕ ਹੈ, ਆਰਮੀ ਦੇ ਡਿਫੈਂਸ ਪਰਸਨ ਨੇ, ਇਹਨਾਂ ਨੇ ਬੀਐਸਐਫ ਦਾ ਕੰਮ ਕਰਨ ਦਾ ਤਰੀਕਾ ਸਮਝਾਇਆ, ਬਿਲਕੁਲ ਬਹੁਤ ਅੱਛੀ ਗੱਲ ਹੈ। ਲੇਕਿਨ ਦੂਸਰੇ ਪਾਸੇ ਜੇ ਆਪਾਂ ਗੱਲ ਕਰੀਏ ਭਾਰਤੀ ਜਨਤਾ ਪਾਰਟੀ ਦੀ, ਉਧਰੋਂ ਲੱਦੜ ਸਾਹਿਬ ਕੀ ਕਰ ਰਹੇ ਨੇ, ਉਹ ਵੀ ਕੰਮ ਕਰਨ ਦਾ ਤਰੀਕਾ ਹੀ ਸਮਝਾ ਰਹੇ ਨੇ, ਔਰ ਬਲਕਿ ਉਹਦੇ ਨਾਲ ਨਾਲ ਉਹ ਗ੍ਰਹਿ ਮੰਤਰੀ ਸਾਹਿਬ ਦੇ ਕਸੀਦੇ ਪੜ੍ਹਦੇ ਰਹੇ। ਉਹਨਾਂ ਨੇ ਇੱਕ ਗੱਲ ਦਾ ਮੈਂ ਸਵਾਲ ਪੁੱਛਿਆ ਸੀ, ਤੁਸੀਂ ਵੀ ਪੁੱਛਿਆ ਸੀ, ਮੈਂ ਵੀ ਪੁੱਛਿਆ ਸੀ, ਉਹਨਾਂ ਨੇ ਜਵਾਬ ਨਹੀਂ ਦਿੱਤਾ ਕਿ ਲੰਬੇ ਸਮੇਂ ਤੋਂ ਜਦੋਂ ਤੋਂ ਬੀਐਸਐਫ ਦਾ ਦਾਇਰਾ ਵਧਾਇਆ ਗਿਆ ਤੇ ਸਾਨੂੰ ਰਿਜ਼ਲਟ ਕੀ ਮਿਲਿਆ, ਕਿ ਪੰਜਾਬ ਦੇ ਵਿੱਚ ਹਥਿਆਰ ਆਉਣ ਦੀਆਂ ਘਟਨਾਵਾਂ 'ਚ ਵਾਧਾ ਹੋਇਆ ਕਿ ਕਮੀ ਹੋਈ। ਦੇਖੋ, ਬੀਐਸਐਫ ਨੂੰ ਇਹ ਦੇਣ ਤੋਂ ਬਾਅਦ ਅਸੀਂ ਪੰਜਾਬ ਦੇ ਵਿੱਚ ਮੋਹਾਲੀ ਦੇ ਵਿੱਚ ਰਾਕਟ ਲਾਂਚਰ ਦਾ ਅਟੈਕ ਦੇਖਿਆ, ਅਸੀਂ ਸਿੱਧੂ ਮੂਸੇਵਾਲੇ ਦਾ ਕਤਲ ਦੇਖਿਆ, ਆਟੋਮੈਟਿਕ ਮਸ਼ੀਨ ਗਨ ਨਾਲ ਹੁੰਦਾ ਦੇਖਿਆ, ਉਹ ਮਸ਼ੀਨ ਗਨ ਜਿਹੜੀ ਉਹ ਵੀ ਬਾਹਰੋਂ ਆਈ, ਔਰ ਉਸ ਤੋਂ ਬਾਅਦ ਤਰਨਤਾਰਨ ਹੁਣੇ ਅਸੀਂ ਹਮਲਾ ਹੁੰਦਾ ਦੇਖਿਆ ਜਿਹੜਾ ਰਾਕਟ ਲਾਂਚਰ ਨਾਲ। ਇਹੋ ਜਿਹੇ ਹਥਿਆਰ ਅਸੀਂ ਪੰਜਾਬ 'ਚ ਪਹਿਲਾਂ ਕਦੇ ਵੀ ਨਹੀਂ ਦੇਖੇ, ਅੱਤਵਾਦ ਦੇ ਸਮੇਂ ਤੇ ਵੀ ਨਹੀਂ ਦੇਖੇ। ਪੰਜਾਬ ਦੇ ਵਿੱਚ ਪਿਛਲੀਆਂ ਸਰਕਾਰਾਂ ਵੀ ਰਹੀਆਂ ਨੇ, ਕਾਂਗਰਸ ਪਾਰਟੀ ਦੀ ਸਰਕਾਰ ਵੀ ਰਹੀ ਹੈ, ਉਦੋਂ ਵੀ ਨਹੀਂ ਦੇਖੇ।
ਮੈਂ ਤਾਂ ਇਸ ਗੱਲ ਦਾ ਮੈਂ ਸਵਾਲ ਪੁੱਛ ਰਿਹਾ। ਔਰ ਹੋਰ ਅਗਲੀ ਗੱਲ, ਪੰਜਾਬ ਦੇ ਵਿੱਚ ਨਿਤ ਨਸ਼ੇ ਦੀ ਖੇਪ ਆਉਣ ਦੀਆਂ ਜਿਹੜੀਆਂ ਵਾਰਦਾਤਾਂ ਉਹਨਾਂ ਦੇ ਵਿੱਚ ਵਾਧਾ ਹੋ ਰਿਹਾ, ਇਹ ਕਿਉਂ ਨਹੀਂ ਜਵਾਬ ਦਿੰਦੇ ਕਿ ਜੇ BSF ਨੂੰ ਤੁਸੀਂ ਵਾਧਾ ਦਿੱਤਾ ਹੈ, ਉਹਦਾ ਦਾ ਅਧਿਕਾਰ ਖੇਤਰ ਦੇ ਵਿੱਚ ਵਾਧਾ ਕੀਤਾ ਹੈ, ਤੇ ਉਹਦਾ ਸਾਨੂੰ ਰਿਜ਼ਲਟ ਕੀ ਮਿਲਿਆ? ਅਗਲੀ ਗੱਲ, ਹੁਣ ਮੈਂ ਤੁਹਾਨੂੰ ਦੱਸਦਾ ਇਹ ਕਿਉਂ ਕੀਤਾ ਜਾ ਰਿਹਾ ਸਾਰਾ ਕੁਝ। ਦੇਖੋ, ਅੱਜ ਪੰਜਾਬ ਦੇ ਵਿੱਚ ਇੱਕ ਤਾਜ਼ਾ ਖਬਰ ਹੈ ਕਿ ਪੰਜਾਬ ਦੇ ਸਨਅਤਕਾਰ ਜਿਹੜੇ ਆ, ਚਾਹੇ A1 ਗਰੁੱਪ, ਚਾਹੇ ਹੀਰੋ ਗਰੁੱਪ, ਇਹ ਸਭ ਜਾ ਰਹੇ ਨੇ ਯੂਪੀ। ਪਿਛਲੇ ਸਮੇਂ ਲੰਬੇ ਸਮੇਂ ਤੋਂ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਰਾਜ ਚੱਲਦਾ ਪਿਆ, ਹੁਣ ਪੰਜਾਬ ਨੂੰ ਡੀਸਟੈਬਲਾਈਜ਼ ਕਰਕੇ ਪੰਜਾਬ ਦੀ ਇੰਡਸਟਰੀ ਉੱਥੇ ਲਿਜਾਈ ਜਾ ਰਹੀ ਹੈ ਤਾਂ ਕਿ ਯੂਪੀ ਨੂੰ ਦੇ ਸਿਰ ਸਿਹਰਾ ਵੱਜੇ ਕਿ ਉਹ ਇਸ ਤਰ੍ਹਾਂ ਦਾ ਸਾਫ਼ ਸੁਥਰਾ ਇਲਾਕਾ ਹੈ ਜਿੱਥੇ ਕੰਮ ਕਰਨ ਦੇ ਲਈ ਮਾਹੌਲ ਵਧੀਆ, ਜਿੱਥੇ ਇਨਫਰਾਸਟ੍ਰਕਚਰ ਹੈ, ਜਿੱਥੇ ਸਰਕਾਰ ਬਹੁਤ ਵਧੀਆ ਚੱਲ ਰਹੀ ਹੈ। ਔਰ ਪੰਜਾਬ ਜਿਹੜਾ ਡਿਸਟਰਬ ਸਟੇਟ ਹੈ, ਔਰ ਪੰਜਾਬ ਨੂੰ ਡਿਸਟਰਬ ਕਰ ਕੌਣ ਰਿਹਾ? ਪੰਜਾਬ ਨੂੰ ਡਿਸਟਰਬ ਇਹੀ ਲੋਕ ਕਰ ਰਹੇ ਨੇ। ਪੰਜਾਬ ਨੂੰ ਏਜੰਸੀਆਂ ਦੇ ਹਵਾਲੇ ਮੈਂ ਫੇਰ ਕਹਿੰਦਾ ਇਸ ਕਰਕੇ ਕੀਤਾ ਜਾ ਰਿਹਾ ਹੈ ਤਾਂ ਕਿ ਗੈਂਗਸਟਰ ਇੱਥੇ ਖੁੱਲ ਕੇ ਖੇਡ ਸਕਣ, ਉਹਨਾਂ ਨੂੰ ਇੱਕ ਖੁੱਲਾ ਮੈਦਾਨ ਦਿੱਤਾ ਜਾ ਰਿਹਾ, ਉਹਨਾਂ ਦੀ ਮਦਦ ਕੀਤੀ ਜਾ ਰਹੀ ਹੈ ਪੰਜਾਬ ਨੂੰ ਡੀਸਟੇਬਲਾਈਜ਼ ਕਰਨ ਲਈ, ਔਰ ਪੰਜਾਬ ਦੇ ਨਾਂ ਤੇ ਇੱਕ ਧੱਬਾ ਲਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਇੰਟਰਨੈਸ਼ਨਲ ਲੈਵਲ ਤੇ ਸਾਡੀ ਛਵੀ ਖਰਾਬ ਕਰਨ ਦਾ ਨਾਲ ਜਵਾਬ ਲੈ ਲਵਾਂ, ਛੋਟਾ ਜਵਾਬ ਰੱਖਿਓ ਲੱਦੜ ਸਾਹਿਬ। ਗੌਰਵ ਜੀ, ਮੈਨੂੰ ਤਾਂ ਜਿਹੜੇ ਕਾਂਗਰਸ ਦੇ ਬੁਲਾਰੇ ਆ ਇਹਨਾਂ ਦੀ ਕੋਈ ਗੱਲ ਵੀ ਪੱਲੇ ਨਹੀਂ ਪੈ ਰਹੀ। ਇਹ ਤਾਂ ਇਸ ਤਰ੍ਹਾਂ ਬਿਹੇਵ ਕਰ ਰਹੇ ਜਿਵੇਂ ਕੋਈ UPSC ਦੇ ਚੇਅਰਮੈਨ ਹੋਣ ਤੇ ਮੇਰੀ ਇੰਟਰਵਿਊ ਲੈ ਰਹੇ ਹੋਣ ਤੇ ਮੇਰੇ ਕੋਲ ਡਾਟਾ ਮੰਗ ਰਹੇ ਹੈਗੇ ਕਿ ਕੀ ਫਰਕ ਪਿਆ। ਬਈ ਰਾਜ ਤਾਂ ਕਾਂਗਰਸ ਦਾ ਸੀਗਾ, ਪੁੱਛ ਤੁਸੀਂ ਸਰਕਾਰ ਚੋਂ ਸਵਾਲ ਤਾਂ ਸਰਕਾਰ ਨੂੰ ਪੁੱਛਿਆ ਜਾਂਦਾ, ਕਿਉਂ ਨਹੀਂ ਪੁੱਛਾਂਗੇ ਜੀ ਸਵਾਲ? ਕਮਾਲ ਦੀ ਗੱਲ ਹੈ, ਤੁਸੀਂ ਜਵਾਬ ਦਿਓ, ਤੁਸੀਂ ਸਰਕਾਰ ਚੋਂ। ਮੈਨੂੰ ਜਦੋਂ ਤੁਸੀਂ ਬੋਲਦੇ ਸੀ ਮੈਂ ਤੁਹਾਡਾ ਇੰਟਰਰਪਟ ਨਹੀਂ ਕੀਤਾ, ਮੇਰੀ ਗੱਲ ਸੁਣੋ ਧਿਆਨ ਨਾਲ। ਜੇ ਨਹੀਂ ਸੁਣਨੀ ਹੈਗੀ ਤਾਂ ਮੈਂ ਬੰਦ ਹੋ ਜਾਣਾ ਜਾਂ ਤੁਸੀਂ ਚਲੇ ਜਾਓ। ਇਹ ਚਲੋ ਇੱਕ ਕਰਕੇ ਲੱਦੜ ਸਾਹਿਬ, ਠੀਕ ਹੈ, ਇੱਕ ਕਰਕੇ ਨਹੀਂ ਹੈਗਾ ਵਿੱਚ ਬੋਲਣ ਦਾ, ਤੁਸੀਂ ਆਪਣੀ ਗੱਲ ਰੱਖ ਲਓ ਪਲੀਜ਼। ਦੇਖੋ ਮੇਰੀ ਗੱਲ ਸੁਣੋ ਗੌਰਵ ਜੀ, ਏਜੰਸੀਆਂ ਦੇ ਹਵਾਲੇ ਕਰਤਾ, ਕੀ ਗੱਲ ਹੋਈ? ਏਜੰਸੀਆਂ ਨੂੰ BSF ਨੂੰ ਉਹਨਾਂ ਨੇ ਐਕਸਪਲੇਨ ਕੀਤਾ ਵਰਕਿੰਗ 15 ਤੋਂ 50 ਕਿਲੋਮੀਟਰ ਅਗਰ ਕਰ ਦਿੱਤਾ ਹੈਗਾ ਤਾਂ ਭਈ ਸਾਰੀਆਂ ਤਾਕਤਾਂ ਪੁਲਿਸ ਦੀਆਂ BSF ਨੂੰ ਨਹੀਂ ਦਿੱਤੀਆਂ। ਉਹਨਾਂ ਨੂੰ ਸਿਰਫ ਤੇ ਸਿਰਫ ਡਰੱਗ ਕੰਟਰੋਲ ਤੇ ਜਿਹੜਾ ਅਕ੍ਰੋਸ ਦਾ ਬਾਰਡਰ ਹਥਿਆਰ ਆਂਦੇ ਆ, ਡਰੋਨ ਰਾਹੀਂ ਆਂਦੇ ਜਾਂ ਤਸਕਰੀ ਰਾਹੀਂ ਆਂਦੇ ਜਾਂ ਕਿਸੇ ਤਰੀਕੇ ਨਾਲ ਵੀ ਆਂਦੇ ਆ, 50 ਕਿਲੋਮੀਟਰ ਦੇ ਵਿੱਚ ਸੈਂਟਰਲ ਏਜੰਸੀ BSF ਉਹ ਕਾਰਵਾਈ ਕਰ ਸਕਦੀ ਹੈ। ਲੇਕਿਨ ਗੌਰਵ ਜੀ, ਮੈਂ ਤੁਹਾਨੂੰ ਇਹ ਗੱਲ ਦੱਸਣੀ ਚਾਹਨੀ, ਜੇ ਸਾਡੇ BSF ਦੇ ਆਫੀਸਰ ਵੀ ਨਹੀਂ ਦੱਸ ਸਕੇ, ਉਹ ਇਹ ਹੈ ਕਿ ਪੰਜਾਬ ਪੁਲਿਸ ਨੂੰ ਕਿਸੇ ਨੇ ਰੋਕਿਆ। ਜੇ ਉਹ ਫੜ ਲੈਣ ਤਾਂ ਉਹ ਖੁਦ ਕਾਰਵਾਈ ਕਰਨਗੇ, ਉਹਨਾਂ ਨੂੰ ਕੋਈ BSF ਨੂੰ ਨਹੀਂ ਦੇਣਾ। ਇਸ ਕਰਕੇ ਪੈਰਲਲ ਕੰਮ ਕਰ ਸਕਦੇ ਆ। ਜੇ BSF ਦੇ ਕੋਲ ਕੋਈ ਉਹਨਾਂ ਦੇ ਨੋਟਿਸ ਵਿੱਚ ਕੋਈ ਲੱਦੜ ਸਾਹਿਬ, ਦੇਖੋ ਸਵਾਲ ਪਤਾ ਕੀ ਹੈ, ਤੁਸੀਂ ਕੰਮ ਕਰੇਗੀ ਜੀ, ਠੀਕ ਹੈ, ਤੁਹਾਡਾ ਪੁਆਇੰਟ ਸਰ ਆ ਗਿਆ, ਪਰ ਸਵਾਲ ਪਤਾ ਇੱਥੇ ਕੀ ਹੈ? ਤੁਸੀਂ ਕਹਿ ਰਹੇ ਹੋ ਕਿ ਅੰਕੜੇ ਤੁਹਾਡੇ ਕੋਲ ਨਹੀਂ, ਪਰ ਦੇਖੋ ਤੁਹਾਡੇ ਵਿਰੋਧੀ ਇਹ ਕਹਿ ਰਹੇ ਨੇ ਕਿ RPG ਅਟੈਕ ਨਹੀਂ ਹੋਇਆ ਸੀ, ਅਜਿਹਾ ਨਹੀਂ ਸੁਣਿਆ ਸੀ ਕਿ RPG ਦੇ ਨਾਲ ਅਟੈਕ ਕਰ ਦਿੱਤਾ ਗਿਆ ਹੋਵੇ। ਮੂਸੇਵਾਲੇ ਦਾ ਕਤਲ ਜਿਸ ਤਰੀਕੇ ਨਾਲ ਹੋਇਆ, ਤਾਬੜਤੋੜ ਗੋਲੀਆਂ, ਆਟੋਮੈਟਿਕ ਮਸ਼ੀਨ ਗਨ ਇਸਤੇਮਾਲ ਕੀਤੀ ਗਈ, ਇਹ ਕਹਿ ਰਹੇ ਨੇ ਕਿ ਇਹ ਵੀ ਪਹਿਲਾਂ ਨਹੀਂ ਹੋਇਆ ਸੀ। ਇਹ ਤਾਂ ਸਭ ਕੁਝ 50 ਕਿਲੋਮੀਟਰ ਵਾਲਾ ਦਾਇਰਾ ਵਧਾਉਣ ਤੋਂ ਬਾਅਦ ਘਟਨਾਵਾਂ ਵਾਪਰ ਰਹੀਆਂ ਨੇ ਨਾ, ਤਾਂ ਇਹ ਚਿੰਤਾ ਵਧਾ ਰਹੀ ਹੈ ਕਿ ਇਹ ਤਾਂ ਉਲਟਾ ਕੇਸਿਸ ਵੱਧ ਗਏ। ਇਹ ਤੁਹਾਡੇ ਵਿਰੋਧੀ ਤੁਹਾਡੇ ਤੇ ਇਲਜ਼ਾਮ ਲਗਾਉਂਦੇ ਨੇ। ਗੌਰਵ ਜੀ, ਉਹਨਾਂ ਨੇ ਕੋਈ ਇਲਜ਼ਾਮ ਨਹੀਂ ਲਗਾਇਆ। ਜੇ ਉਹਨਾਂ ਨੇ ਲਗਾਇਆ ਤਾਂ ਮੇਰੇ ਕੋਲ ਆਨਸਰ ਹੈ। RPG ਜਿਹੜਾ ਹੈਗਾ ਆ, ਇਹ ਕਿਹੜੀ ਡੇਟ ਨੂੰ ਆਇਆ ਸੀ, ਕਦੋਂ, ਕਿਹੜੇ ਮਹੀਨੇ, ਕਿਹੜੇ ਸਾਲ ਚ ਆਇਆ ਸੀਗਾ? ਕੀ ਇਹ 50 ਕਿਲੋਮੀਟਰ ਵਧਾਉਣ ਤੋਂ ਬਾਅਦ ਆਇਆ ਕਿ ਪਹਿਲਾਂ ਦਾ ਇੱਥੇ ਹੀ ਸੀਗਾ? ਦੱਸੋ। ਮੈਂ ਜਦੋਂ ਡਿਪਟੀ ਕਮਿਸ਼ਨਰ, ਮੈਂ ਜਦੋਂ ਫਿਰੋਜ਼ਪੁਰ ਸੀਗਾ 2002 ਦੇ ਵਿੱਚ, ਉਸ ਵੇਲੇ ਆਪਣੀ ਜਿਹੜੀ ਆਪਣੀ ਗੰਗਾ ਨਗਰ ਨੂੰ ਨਹਿਰ ਜਾਂਦੀ ਆ, ਉਹ ਸੁੱਕ ਗਈ, ਥੋੜਾ ਪਾਣੀ ਬੰਦ ਹੋ ਗਿਆ, ਉਹਦੇ ਵਿੱਚੋਂ ਬਹੁਤ ਸਾਰੇ ਹਥਿਆਰ ਨਿਕਲੇ, ਪਿੰਡਾਂ ਵਾਲਿਆਂ ਨੇ ਰਿਕਵਰ ਕੀਤੇ। ਉਹ ਕੀ ਆਪਣਾ 15 ਕਿਲੋਮੀਟਰ 50 ਕਿਲੋਮੀਟਰ ਦੀ ਵਜ੍ਹਾ ਕਰਕੇ ਆਏ ਸੀ? ਦੇਖੋ, ਪੰਜਾਬ ਅੱਤਵਾਦ ਦੇ ਦੌਰ ਚੋਂ ਨਿਕਲਿਆ। ਕਿੱਥੇ ਕਿੱਥੇ ਜਦੋਂ ਪੰਜਾਬ ਪੁਲਿਸ ਦਾ ਪ੍ਰੈਸ਼ਰ ਵਧਿਆ, ਕਿਹੜੇ ਬੰਦੇ ਨੇ ਕਿੱਥੇ ਹਥਿਆਰ ਸੁੱਟੇ, ਕਿੱਥੇ ਲੁਕਾਏ, ਕੋਈ ਪਤਾ ਨਹੀਂ ਹੈ। ਪੰਜਾਬ ਪੁਲਿਸ ਨੂੰ ਆਪਾਂ ਡਿਸਕ੍ਰੈਡਿਟ ਨਹੀਂ ਦੇ ਸਕਦੇ। ਦੇ ਡਿਡ ਅ ਵੰਡਰਫੁਲ ਜੌਬ ਡਿਊਰਿੰਗ ਟੈਰਰਿਜ਼ਮ। ਉਹ ਨਹੀਂ ਕਹਿ ਰਹੇ, ਪਰ ਗੱਲ ਇਹ ਹੈ ਕਿ ਹੁਣ ਜਿਹੜਾ RPG ਦਾ ਅਟੈਕ ਹੋਇਆ ਉਸ ਦਾ ਜ਼ਿਕਰ ਹੋ ਰਿਹਾ ਹੈ। ਹੁਣ ਇਹ RPG ਕਦੋਂ ਆਇਆ, 50 ਕਿਲੋਮੀਟਰ ਵਾਲੇ ਦਾਇਰੇ ਤੋਂ ਪਹਿਲਾਂ ਆ ਗਿਆ ਜਾਂ ਬਾਅਦ ਦੇ ਵਿੱਚ ਆਇਆ, ਉਹ ਤਾਂ ਜਾਂਚ ਦਾ ਵਿਸ਼ਾ ਹੈ, ਉਹ ਏਜੰਸੀਆਂ ਜਾਂਚ ਕਰਨਗੀਆਂ। ਪਰ ਜਿਹੜਾ ਉਹ ਇਸਤੇਮਾਲ ਹੋਇਆ ਉਹ 50 ਕਿਲੋਮੀਟਰ ਵਾਲੇ ਅਧਿਕਾਰ ਤੋਂ ਬਾਅਦ ਹੋਇਆ, ਇਹ ਤਾਂ ਕਲੀਅਰ ਹੈ। ਮੈਂ ਕੀ ਕਹਿਣਾ ਚਾਹਨਾ
ਕਿ ਕੀ ਇਹਦਾ ਜਿਹੜਾ ਜੁਮਾ ਆ ਕੀ ਇਹ ਜੀ। ਤੁਸੀਂ BSF ਨੂੰ ਦਿਓਗੇ, ਉਹਨਾਂ ਨੂੰ ਨਲਾਇਕ ਠਹਿਰਾਓਗੇ ਕਿ ਤੁਹਾਡਾ 50 ਕਿਲੋਮੀਟਰ ਵਧਣ ਤੋਂ ਬਾਅਦ ਅਟੈਕ ਹੋਇਆ? ਇਹਦਾ ਕੀ ਤੁਕ ਹੈ, ਕੀ ਲੌਜਿਕ ਕੀ ਹੈ? ਠੀਕ ਹੈ ਹਰਪ੍ਰੀਤ ਜੀ, ਜਵਾਬ ਦੇ ਦਿਓ ਇੱਕ ਛੋਟਾ ਜਿਹਾ, ਬਹੁਤ ਛੋਟਾ ਜਿਹਾ। ਧਾਰਨੀ ਸਾਹਿਬ ਮੈਂ ਤੁਹਾਡੇ ਕੋਲ ਆ ਰਿਹਾ। ਹਰਪ੍ਰੀਤ ਜੀ, ਦੇਖੋ ਇਹ ਤੁਸੀਂ ਤਾਂ BSF ਨੂੰ ਕਹਿ ਰਹੇ ਹੋ ਕਿ ਉਹਨਾਂ ਦੇ 50 ਕਿਲੋਮੀਟਰ ਵਧਣ ਤੋਂ ਬਾਅਦ RPG ਆ ਗਿਆ। ਦੇਖੋ ਇਹ ਤਾਂ ਨਾ ਜਿੱਦਾਂ ਹੁਣ ਜ਼ਿੰਮੇਵਾਰੀ ਤੋਂ ਭੱਜਣ ਲੱਗੇ ਨੇ ਤੇ 1-2 ਮਿੰਟ 'ਚ ਇਹ ਗੱਲ ਕਹਿਣ ਲੱਗੇ ਨੇ ਕਿ ਇਹ ਤਾਂ ਜੀ 8.5 ਸਾਲ 9 ਸਾਲ ਪਹਿਲਾਂ ਦਾ ਆਇਆ ਹੋਇਆ, ਸਾਡੀ ਸਰਕਾਰ ਹੀ ਨਹੀਂ ਬਣੀ ਸੀ ਕੇਂਦਰ ਦੇ ਵਿੱਚ, ਇਹ ਤਾਂ ਉਦੋਂ ਦਾ ਆਇਆ। ਇਹ ਤਾਂ ਹੁਣ ਤੁਹਾਨੂੰ ਇਸੇ ਡਿਬੇਟ 'ਚ ਸ਼ਾਇਦ ਇਹ ਗੱਲ ਕਹਿ ਦੇਣ ਕਿ ਦੇਖੋ ਜਦੋਂ ਇਸਤੇਮਾਲ ਹੋਇਆ ਅਸੀਂ ਤਾਂ ਉਦੋਂ ਮੰਨਾਂਗੇ ਨਾ ਕਿ ਆਇਆ। ਔਰ ਸਿੱਧੂ ਮੂਸੇਵਾਲੇ ਦੀ ਹੱਤਿਆ ਦੇ ਵਿੱਚ ਜਿਹੜਾ ਵਰਤਿਆ ਗਿਆ ਵੈਪਨ ਹੈ ਉਹ ਤਾਂ ਰਿਕਾਰਡ ਵੀ ਬੋਲਦਾ ਕਿ ਜਿਸ ਤਰੀਕੇ ਨਾਲ ਆਇਆ, ਡਰੋਨ ਦੇ ਰਾਹੀਂ ਆਇਆ। ਉਹ ਡਰੋਨ ਜਿਹੜਾ ਉਹ ਕਿਉਂ 50 ਕਿਲੋਮੀਟਰ ਦਾਇਰਾ ਵਧਾਉਣ ਤੋਂ ਬਾਅਦ ਕਿਉਂ ਡਰੋਨ ਆ ਸਕਿਆ? ਔਰ ਹੋਰ ਬਹੁਤ ਸਾਰੇ, ਮੈਂ ਕਹਿੰਦਾ ਕੇਵਲ ਹਥਿਆਰਾਂ ਦੀ ਗੱਲ ਨਾ ਕਰੀਏ, ਨਸ਼ੇ ਦੀ ਖੇਪਾਂ ਆ ਰਹੀਆਂ ਨੇ ਉਹ ਵੀ 50 ਕਿਲੋਮੀਟਰ ਵਧਣ ਤੋਂ ਬਾਅਦ, ਤੇ ਫਿਰ ਸ਼ੱਕ ਤੱਕ ਪੈਦਾ ਹੋਏਗਾ ਨਾ ਕਿ ਚੋਰਾਂ ਨਾਲ ਕੁੱਤੀ ਕਿਤੇ ਨਾ ਕਿਤੇ ਰਲੀ ਹੋਈ ਹੈ। ਬਿਲਕੁਲ ਇਹ ਗੱਲ ਕਹਿਣ 'ਚ ਸਾਨੂੰ ਕੋਈ ਸੰਕੋਚ ਨਹੀਂ। ਤੁਸੀਂ ਇੱਕ ਪੋਲੀਟੀਕਲ ਪਾਰਟੀ ਦੇ ਨਾਲ ਇੱਕ ਬਹੁਤ ਵੱਡੀ ਏਜੰਸੀ ਹੈ BSF ਜੋ ਰਾਖੀ ਕਰਦੀ ਹੈ ਸਾਡੀ ਸਰਹੱਦ ਦੀ, ਉਹਦੇ ਪਰ ਵੀ ਸਵਾਲ ਚੁੱਕ ਰਹੇ ਹੋ, ਇਹਦਾ ਮਤਲਬ? ਦੇਖੋ ਮੈਂ ਇਹ ਕਹਿਣਾ ਚਾਹ ਰਿਹਾ ਕਿ ਇਹ ਸਰਕਾਰ ਜਿਹੜੀ ਹੈ ਸੁਰੱਖਿਆ ਫੋਰਸਸ ਨੂੰ ਇਨਫਲੂਐਂਸ ਕਰ ਰਹੀ ਹੈ। ਮੈਂ ਉਹਨਾਂ ਦੇ ਉੱਤੇ ਸਵਾਲ ਨਹੀਂ ਚੱਕ ਰਿਹਾ, ਮੈਂ ਸਵਾਲ ਗ੍ਰਹਿ ਮੰਤਰੀ ਸਾਹਿਬ ਦੀ, ਮੈਂ ਸਵਾਲ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੀ ਕਾਰਜਸ਼ੈਲੀ ਤੇ ਚੱਕ ਰਿਹਾ। ਔਰ ਬਿਲਕੁਲ ਇਹ ਇਨਫਲੂਐਂਸ ਕਰ ਰਹੀ ਹੈ। ਧਾਰਨੀ ਸਾਹਿਬ ਟੁਥਲੈਸ ਟਾਈਗਰ ਕੀ ਕਰਨੇ ਨੇ? BJP ਦੇ ਆਗੂ, ਮੈਂ ਲੱਦਰ ਸਾਹਿਬ ਤੁਹਾਡੇ ਤੋਂ ਜਵਾਬ ਲਵਾਂਗਾ, ਇਕੱਠਾ ਜਵਾਬ ਦੇ ਦਿਓ। ਜ਼ਿਕਰ ਇਹੀ ਹੈ ਕਿ ਜੇਕਰ ਪਾਵਰ ਨਹੀਂ ਤਾਂ ਫਿਰ ਹੱਲ ਕਿਵੇਂ? ਰਾਜੇਸ਼ ਜੀ ਸਾਡੇ ਨਾਲ ਬੈਠੇ ਨੇ, ਉਹਨਾਂ ਨੇ ਬੜੀ ਢੁਕਵੀਂ ਗੱਲ ਕਹੀ ਕਿ ਜਦੋਂ ਆਪਾਂ ਕਿਸੇ ਨੂੰ ਕਹਿ ਦਈਏ ਨਾ ਕਿ ਇਹ ਕੰਮ ਹੋਣਾ ਚਾਹੀਦਾ ਹੈ ਤੇ ਆਪਾਂ ਨੂੰ ਫਿਰ ਕਹੀਏ ਕਿ ਨਹੀਂ ਤੁਸੀਂ ਐਵੇਂ ਨਹੀਂ ਕਰ ਸਕਦੇ, ਤੁਸੀਂ ਐਵੇਂ ਨਹੀਂ ਕਰ ਸਕਦੇ, ਯਾਨੀ ਕਿ ਬਹੁਤ ਲਿਮਿਟਿਡ ਪਾਵਰਸ ਦਿੱਤੀਆਂ ਜਾਣ। ਫਿਰ ਤੁਸੀਂ ਰਿਜ਼ਲਟ ਬਾਰੇ ਨਾ ਸੋਚੋ, ਜੇ ਰਿਜ਼ਲਟ ਚਾਹੀਦਾ ਹੈ ਤਾਂ ਥੋੜੀ ਖੁੱਲ੍ਹ ਦੇਣੀ ਹੋਏਗੀ, ਤੇ ਉਹੀ BSF ਨੂੰ ਜ਼ਰੂਰਤ ਹੈ, ਉਹੀ ਸੈਂਟਰ ਦੀ ਗਵਰਨਮੈਂਟ ਦੇ ਰਹੀ ਹੈ। ਦੇਖੋ ਗੌਰਵ, ਪਤਾ ਕੀ ਹੈਗਾ ਜੀ ਕਿ ਜਿਹੜਾ ਪਹਿਲਾ RPG ਅਟੈਕ ਹੋਇਆ ਨੋ ਡਾਊਟ ਉਹ ਇੰਟੈਲੀਜੈਂਸ ਦੇ ਦਫ਼ਤਰ ਦੇ ਉੱਤੇ ਹੋਇਆ, ਔਰ ਇੱਕ ਕਿਸਮ ਦਾ ਨਾ, ਜੇ ਆਪਾਂ ਪੰਜਾਬੀ 'ਚ ਕਹੀਏ ਕਿ ਮੂੰਹ ਤੇ ਚਪੇੜ ਮਾਰ ਕੇ ਗਏ ਹੋ। ਦੂਜਾ ਜਿਹੜਾ ਅਟੈਕ ਹੋਇਆ ਉਹ BSF ਦੇ ਮੂੰਹ ਤੇ ਚਪੇੜ ਵੱਜੀ, ਕਿਉਂਕਿ ਉਹ 50 ਕਿਲੋਮੀਟਰ ਨਹੀਂ, ਉਹ ਤਾਂ 15 ਕਿਲੋਮੀਟਰ ਦਾ ਏਰੀਆ ਜਿਹੜਾ ਸਰਹਾਲੀ ਹੈਗਾ। ਸਰਹਾਲੀ ਦੇ ਵਿੱਚ ਇੱਕ ਅਟੈਕ ਹੋ ਜਾਣਾ, ਇਹ ਲੱਦੜ ਸਾਹਿਬ ਕਹੇ ਜੇ ਐਕਸਕਿਊਜ਼ਸ ਦੇ ਰਹੇ ਆ ਕਿ ਉਹ ਜੀ ਕਦੋਂ ਆਇਆ ਸੀ, ਉਹਦੀ ਕਿਹੜਾ ਕੋਈ ਡੇਟ ਹੈਗੀ ਆ, ਉਹ ਕੀ ਹੈਗਾ ਕੀ ਨਹੀਂ ਹੈਗਾ। ਦੇਖੋ ਸਵਾਲ ਇਹ ਹੈਗਾ ਕਿ ਜੇ ਪੰਜਾਬ ਦੇ ਵਿੱਚ ਇਹ ਸਾਰੀਆਂ ਘਟਨਾਵਾਂ ਹੋ ਰਹੀਆਂ ਹੈ, ਇਸ ਦੇ ਬਾਵਜੂਦ ਕਿ ਤੁਸੀਂ 15 ਕਿਲੋਮੀਟਰ ਦੀ ਥਾਂ ਤੇ 50 ਕਿਲੋਮੀਟਰ ਦਾ, ਜਿਵੇਂ ਆਪਣੇ ਰਜੇਸ਼ ਜੀ ਨੇ ਕਿਹਾ ਹੈਗਾ ਕਿ ਸਾਨੂੰ ਪਾਵਰਾਂ ਇਸ ਕਰਕੇ ਚਾਹੀਦੀਆਂ ਕਿ ਜੀ ਇੱਕ ਬੰਦਾ ਮੋਟਰਸਾਈਕਲ ਜਾਂ ਕਾਰ ਦੇ ਵਿੱਚ 1 ਮਿੰਟ ਦੇ ਵਿੱਚ ਨਿਕਲ ਜਾਂਦਾ, ਉਨੀ ਦੇਰ ਦੇ ਵਿੱਚ ਫੜ ਨਹੀਂ ਸਕਦਾ। ਉਹ ਹੁਣ ਤਾਂ ਤੁਹਾਨੂੰ 50 ਕਿਲੋਮੀਟਰ ਦੇ ਤੇ ਤੁਸੀਂ 50 ਕਿਲੋਮੀਟਰ 'ਚ ਵੀ ਉਹ ਹੈਗੇ ਆ ਨਾਕਾਮਯਾਬ ਹੈਗੇ ਆ, 15 ਕਿਲੋਮੀਟਰ 'ਚ ਵੀ ਨਾਕਾਮਯਾਬ ਹੈਗੇ ਆ। ਸੋ ਸਵਾਲ ਇਹ ਹੈਗਾ, ਸੋਚਣ ਵਾਲੀ ਗੱਲ ਇਹ ਹੈਗੀ ਆ ਜੀ ਕਿ ਵੱਡੀਆਂ ਜਿੰਨੇ ਉਦਯੋਗਪਤੀ ਘਰਾਣੇ ਹੈਗੇ ਆ ਪੰਜਾਬ ਨੂੰ ਛੱਡ ਕੇ ਕਿਉਂ ਜਾ ਰਹੇ ਹੈਗੇ? ਮੈਂ ਪੁੱਛਦਾ ਵੀ ਜਿਹੜੇ ਗੈਂਗਸਟਰਾਂ ਦੀ ਗੱਲ ਕਰਦੇ ਹੈਗੇ, ਗੈਂਗਸਟਰ ਹੈ ਕਿੱਥੇ ਹੈ? ਗੈਂਗਸਟਰ ਜਾਂ ਬਾਹਰ ਹੈ ਜਾਂ ਇਹਨਾਂ ਦੀਆਂ ਜੇਲ੍ਹਾਂ ਦੇ ਵਿੱਚ ਹੈਗੇ ਆ। ਫਿਰ ਮੈਂ ਤਾਂ ਇਹ ਐਲੀਗੇਸ਼ਨ ਸਿੱਧਾ ਲਾਉਂਗਾ ਕਿ ਉਹਨਾਂ ਤੋਂ ਆਪਰੇਟ ਇਹ ਕਰਵਾ ਰਹੇ ਹੈਗੇ ਸਾਰਾ ਕੁਝ, ਔਰ ਦੂਸਰੇ ਦੇ ਉੱਤੇ ਐਲੀਗੇਸ਼ਨ ਲਾ ਰਹੇ ਆ। ਔਰ ਅੱਜ ਜਿਹੜੀ ਪੰਜਾਬ ਪੁਲਿਸ ਹੈ ਉਹ ਟੁਥਲੈਸ ਬਣੀ ਵੀ ਹੈਗੀ ਆ, ਔਰ ਪੰਜਾਬ ਪੁਲਿਸ ਦੇ ਪੱਲੇ ਕੱਖ ਨਹੀਂ ਹੈਗਾ। ਪੰਜਾਬ ਪੁਲਿਸ ਡਰਦੀ ਹੈ, ਜੇ ਕੋਈ ਕੰਮ ਕਰਦੀ ਹੈਗੀ ਹੈ, ਜੇ ਕੋਈ ਮਾੜਾ ਮੋਟਾ ਧੱਕਾ ਕਰ ਜਾਂਦੀ ਹੈਗੀ ਹੈ ਤਾਂ ਉਹਦੇ ਪਿੱਛੇ ਜਿਹੜਾ ਹੈਗਾ ਕੋਈ ਨਹੀਂ ਹੈਗਾ ਉਹਨਾਂ ਦੀ ਪਿੱਠ ਦੇ ਉੱਤੇ ਹੱਥ ਰੱਖਣ ਵਾਲਾ। ਸੋ ਪੰਜਾਬ ਜਿਹੜਾ ਅੱਜ ਇੱਕ ਅੱਗ ਦੀ ਭੱਠੀ ਬਣਿਆ ਵਾ ਹੈਗਾ, ਐਵੇਂ ਐਕਸਕਿਊਜ਼ਸ ਦੇਣੇ ਜਿਹੜਾ ਹੈਗੇ ਆ ਇੱਕ ਇਸ ਕਰਕੇ ਕਿ ਅੱਜ ਜਿਹੜੇ ਅਮਿਤ ਸ਼ਾਹ ਜੀ ਹੈਗੇ ਆ ਉਹਨਾਂ ਨੇ ਇੱਕ ਬਿਆਨ ਦਿੱਤਾ ਹੈ। ਬਿਆਨ ਤੋਂ ਬਾਅਦ ਜਿਹੜਾ ਹੈਗਾ ਤੁਹਾਡੇ ਸਟੂਡੀਓ ਦੇ ਵਿੱਚ ਆਮ ਆਦਮੀ ਪਾਰਟੀ ਛੱਡ ਕੇ ਚਲੇ ਗਈ। ਕਿਉਂ ਛੱਡ ਕੇ ਚਲੇ ਗਈ? ਕਿਉਂਕਿ ਜਵਾਬ ਦੇਣੇ ਪੈਣਗੇ। ਕਿੱਥੋਂ ਜਵਾਬ ਦੇਣ? ਇਹ ਸਵਾਲ ਤਾਂ ਇਹ ਹੈਗਾ। ਠੀਕ ਹੈ ਧਾਰਨੀ ਸਾਹਿਬ, ਆਪਾਂ ਜਵਾਬ ਲੈ ਲਈਏ। ਖੜੇ ਹੋਏ ਇੱਕ ਚੀਜ਼ ਦੱਸਣ ਇਹ ਜੀ ਮੈਂ ਤੁਹਾਡੇ ਕੋਲ ਨਾਲ ਦੀ ਨਾਲ ਵਾਪਸ ਆਣਾ, ਇੱਕ ਵਾਰ ਛੋਟਾ ਜਿਹਾ ਜਵਾਬ ਲੈ ਲਈਏ। ਲੱਦਰ ਸਾਹਿਬ ਦਾ ਜਵਾਬ ਜ਼ਰੂਰ। ਹਾਂਜੀ ਜੀ ਲੱਦਰ ਸਾਹਿਬ ਦਾ ਜਵਾਬ ਜ਼ਰੂਰੀ ਹੈ। ਲੱਦਰ ਸਾਹਿਬ ਦੇਖੋ ਤਾਂ 15 ਕਿਲੋਮੀਟਰ ਦੇ ਵਿਚਾਲੇ ਹੋ ਗਿਆ ਅਟੈਕ। ਗੌਰਵ ਜੀ ਮੇਰੀ ਆਵਾਜ਼ ਆ ਰਹੀ ਹੈ? ਹਾਂਜੀ ਸਰ ਤੁਹਾਡੀ ਆਵਾਜ਼ ਆ ਰਹੀ ਹੈ। ਹਾਂਜੀ ਗੌਰਵ ਜੀ, ਇਸ ਤਰ੍ਹਾਂ ਹੈਗਾ ਕਿ ਸਾਡੇ ਜਿਹੜੇ ਵਿਦਵਾਨ ਦੋਸਤ ਬੈਠੇ ਹੈਗੇ ਆ ਤੁਹਾਡੇ ਡਿਬੇਟ ਦੇ ਵਿੱਚ, ਉਹ ਆਪਣਾ ਜਾਂ ਤਾਂ ਉਹਨਾਂ ਨੇ ਅਮਿਤ ਸ਼ਾਹ ਜੀ ਦਾ ਜਿਹੜਾ ਬਿਆਨ ਹੈਗਾ 50 ਮਿੰਟ ਦਾ ਬਿਆਨ ਹੈ ਉਹਨਾਂ ਦਾ, ਉਹ ਸੁਣਿਆ ਨਹੀਂ ਹੈ ਜਿੰਨੀ ਉਹਨਾਂ ਨੇ ਡਿਟੇਲ ਦਿੱਤੀ ਹੈ। ਜੋ ਉਹ ਸਟੈਪਸ ਲੈਣ ਜਾ ਰਹੇ ਹੈਗੇ ਆ, ਜੋ ਆਪਣਾ ਜ਼ੀਰੋ ਟੋਲਰੈਂਸ ਦੀ ਉਹਨਾਂ ਨੇ ਗੱਲ ਕੀਤੀ ਹੈ ਡਰੱਗਸ ਦੇ ਮਾਮਲੇ ਦੇ ਵਿੱਚ, ਜੋ ਉਹਨਾਂ ਨੇ
ਸੈਂਟਰ ਲੈਵਲ, ਸਟੇਟ ਲੈਵਲ, ਜ਼ਿਲ੍ਹਾ ਲੈਵਲ ਤੱਕ ਕਮੇਟੀਆਂ ਬਣਾਈਆਂ, ਜੋ ਉਹਨਾਂ ਨੇ ਐਪਸ ਬਣਾਈਆਂ, ਜੋ ਉਹਨਾਂ ਨੇ ਸੈਂਟਰ ਲੈਵਲ ਦੀ ਔਰ ਇੰਟਰਨੈਸ਼ਨਲ ਲੈਵਲ ਦੀਆਂ ਏਜੰਸੀਆਂ ਦੇ ਹੱਥ ਪਾਵਰਾਂ ਦਿੱਤੀ, ਉਹ ਸਾਰੀਆਂ ਗੱਲਾਂ ਸੁਣੀਆਂ ਨਹੀਂ ਹੈਗੀਆਂ। ਲੇਕਿਨ 50 ਕਿਲੋਮੀਟਰ 50 ਕਿਲੋਮੀਟਰ 50 ਕਿਲੋਮੀਟਰ ਏਜੰਸੀਆਂ ਦੇ ਹੱਥ ਫਲਾਂ ਟਮਕਾ, ਇਹਨਾਂ ਨੂੰ ਪਤਾ ਹੀ ਨਹੀਂ ਹੈਗਾ ਕਿ ਡਿਬੇਟ ਦਾ ਇਹਦਾ ਮਕਸਦ ਕੀ ਹੈਗਾ ਆ। 50 ਕਿਲੋਮੀਟਰ ਦੇ ਨਾਲ ਆਪਾਂ ਨੂੰ ਇੱਕ ਦੋ ਵਿਸ਼ਿਆਂ ਤੇ ਮੈਂ ਪਹਿਲਾਂ ਵੀ ਕਿਹਾ ਕਿ ਅਧਿਕਾਰ ਦਿੱਤੇ ਆ BSF ਨੂੰ ਜਾਂ SSB ਨੂੰ ਕਿ ਬਈ ਤੁਸੀਂ ਅਗਰ ਫੜਦੇ ਹੋ, ਮੰਨ ਲਓ ਨਸ਼ਾ, ਡਰੱਗਸ, ਜਾਂ ਤੁਸੀਂ ਕਾਰ ਫੜਦੇ ਹੋ ਤਾਂ ਤੁਸੀਂ ਕਿਸੇ ਨੂੰ ਪੁਲਿਸ ਕੋਲ ਜਾਣ ਦੀ ਲੋੜ ਨਹੀਂ ਹੈ, ਤੁਸੀਂ ਆਪਣੇ ਆਪ ਜੋ ਐਕਸ਼ਨ ਲੈਣਾ ਲੈ ਸਕਦੇ ਹੋ। ਲੇਕਿਨ ਇਹਦੇ ਨਾਲ ਗੌਰਵ ਜੀ, ਜਿਹੜੀ ਲਾ ਐਂਡ ਆਰਡਰ ਦੀ ਜ਼ਿੰਮੇਵਾਰ ਏਜੰਸੀ ਆ ਉਹ ਹੈਗੀ ਆ ਸਟੇਟ ਪੁਲਿਸ। ਉਹਦੇ ਅਧਿਕਾਰ ਨਹੀਂ ਖੋਏ, ਉਹਦੇ ਅਧਿਕਾਰ ਡਿਲੂਟ ਨਹੀਂ ਕੀਤੇ, ਉਹਦਾ ਟਕਰਾਈ ਕਿੱਥੇ ਆ? ਬਿਲਕੁਲ ਵੇਅਰ ਇਜ਼ ਦਾ ਕਨਫਰੰਟੇਸ਼ਨ? ਨਹੀਂ, ਵੈਲਿਡ ਪੁਆਇੰਟ ਹੈ ਸਰ। ਦਾ ਪੰਜਾਬ ਪੁਲਿਸ ਜੀ, ਹੂ ਸਟਾਪਸ ਦਾ ਪੰਜਾਬ ਪੁਲਿਸ? ਨਹੀਂ, ਪਰ ਲੱਦੜ ਸਾਹਿਬ ਇਹ ਵੀ ਲੱਗ ਰਿਹਾ ਹੈ ਕਿ ਜੇਕਰ ਨਹੀਂ ਲੱਦੜ ਸਾਹਿਬ ਦੇਖੋ, ਤੁਹਾਡੇ ਬਿਆਨਾਂ ਨਾਲ ਇਹ ਵੀ ਲੱਗ ਰਿਹਾ ਹੈ ਕਿ ਜੇਕਰ ਤਾਂ BSF ਨੇ ਫੜ ਲਿਆ ਤਾਂ BSF ਦੀ ਬੱਲੇ ਬੱਲੇ, ਜੇ BSF ਤੋਂ ਨਹੀਂ ਫੜ ਹੋਇਆ ਤਾਂ ਫਿਰ ਪੰਜਾਬ ਪੁਲਿਸ ਕੀ ਕਰ ਰਹੀ ਹੈ? ਇਹ ਬਿਆਨ ਤੁਹਾਡੇ ਇਸ ਤਰੀਕੇ ਨਾਲ ਵੀ ਹੋ ਰਹੇ ਨੇ। पंजाब पुलिस दी बल्ले बल्ले चाहिए है, पंजाब पुलिस को ला एंड ऑर्डर है, पंजाब BSF ਨੂੰ ਤਾਂ ਐਕਸਟਰਾ ਜ਼ਿੰਮੇਵਾਰੀ ਦਿੱਤੀ ਹੈ, ਬਾਰਡਰ ਸਿਕਿਉਰਿਟੀ ਫੋਰਸ, ਬਾਰਡਰ ਨੂੰ ਕੰਟਰੋਲ ਕਰਨਾ ਉਹਨਾਂ ਦੀ ਜ਼ਿੰਮੇਵਾਰੀ ਹੈ। ਲੇਕਿਨ ਵਿਦਨ ਦਾ ਸਟੇਟ ਪੰਜਾਬ, ਮੈਂ ਇੱਕ ਛੋਟੀ ਜਿਹੀ ਗੱਲ ਐਡ ਕਰਨੀ ਚਾਹਨਾ ਜੀ ਕਿ ਜਦੋਂ ਹਥਿਆਰ, ਜਦੋਂ AK-47, ਜਦੋਂ ਅੱਤਵਾਦ ਦਾ ਦੌਰ ਸੀ, ਕੀ ਇਹ BSF ਲੈ ਕੇ ਆਈ ਸੀ ਹਥਿਆਰ? कि ये BSF लेके आई सी? ला एंड ऑर्डर टेररिज्म BSF ने बुलाया सी? व्हाट आर यू टॉकिंग? इन्हां नूं पता ही नहीं हैगा कि गल की कर रहे हैं। सेंटर गवर्नमेंट भी 19 संजीदगी नाल 100,000% वध संजीदगी दे नाल सारे स्टेटां नूं अपना ला एंड ऑर्डर पॉइंट ऑफ व्यू तो ਇਹਨਾਂ ਅਲਾਮਤਾਂ ਤੋਂ, ਭਾਵੇਂ ਉਹ ਡਰੱਗਸ ਦੀ ਹੈ ਜਾਂ ਇਲੀਗਲ ਵੈਪਨ ਹੈ, ਇਹਨਾਂ ਤੋਂ ਮੁਕਤ ਕਰਨਾ ਚਾਹੁੰਦੀ ਹੈ। ਠੀਕ ਹੈ, ਮੈਂ ਤੁਹਾਡੇ ਕੋਲ ਵਾਪਸ ਆਉਣਾ ਸਰ। ਮੈਂ ਇੱਕ ਵਾਰੀ BSF ਦੇ ਸਰ ਨਾਲ ਸਾਬਕਾ IG जुड़े हुए ने। राजेश जी एक सेकंड मैंने जवाब दे देने दो जी। तारनी साहब, मैं राजेश जी आपके पास आ रहा हूं। तारनी साहब, ਇਹ ਲੱਦੜ ਸਾਹਿਬ ਠੀਕ ਹੈ, ਉੱਚੇ ਅਹੁਦਿਆਂ ਤੇ ਰਹੇ ਆ, ਸਾਨੂੰ ਐਵੇਂ ਸਮਝਦੇ ਆ, ਸਾਨੂੰ ਇਹ ਵੀ ਕਹਿੰਦੇ ਅਸੀਂ 50 ਜਿਹੜਾ ਹੈਗਾ ਮਿੰਟ ਦਾ ਇਹਨਾਂ ਦਾ ਭਾਸ਼ਣ ਹੀ ਨਹੀਂ ਸੁਣਿਆ ਹੈਗਾ। ਮੈਂ ਇਹਨਾਂ ਨੂੰ ਪੁੱਛਦਾ ਹੈਗਾ ਕਿ ਚਲੋ ਇਹ ਕਹਿੰਦੇ ਆ ਕਿ BSF ਔਰ ਪੰਜਾਬ ਪੁਲਿਸ ਜਿਹੜੀ ਹੈਗੀ ਆ ਉਹਨਾਂ ਦੀਆਂ ਪਾਵਰਾਂ ਠੀਕ ਹੈ ਕਿ ਉਹ ਜਿਹੜਾ ਮਰਜ਼ੀ ਕੰਮ ਕਰੇ ਉਸ ਨੂੰ ਸ਼ਾਬਾਸ਼ ਦੇਣੀ ਚਾਹੀਦੀ ਹੈ। ਮੈਂ ਪੁੱਛਦਾ ਕਿ 15 ਕਿਲੋਮੀਟਰ ਦੇ ਵਿੱਚ RPG ਅਟੈਕ, ਇਹ ਨਾਕਾਮਯਾਬੀ ਕਿਹਦੀ ਹੈਗੀ ਆ? ਇੱਕ ਗੱਲ ਹੋਰ ਇਹਨਾਂ ਨੇ ਕਹੀ ਕਿ ਜੀ ਇਹ ਜਿਹੜੇ ਹਥਿਆਰ ਜਿਹੜੇ ਹੈਗੇ ਟੈਰੋਰਿਜ਼ਮ ਦੇ ਦੌਰਾਨ ਕੀ BSF ਨੇ ਭੇਜੇ? ਹਾਂ, ਮੈਂ ਕਹੂੰਗਾ ਕਿ ਇਹ ਬਿਆਨ ਦਿੰਦੇ ਰਹੇ ਹੈਗੇ ਆ ਕਿ ਬਾਰਡਰ ਪਾਰ ਤੋਂ ਹਥਿਆਰ ਆ ਰਹੇ ਆ। ਹੁਣ ਵੀ ਇਹੀ ਕਹਿੰਦੇ ਆ ਕਿ ਬਾਰਡਰ ਪਾਰ ਤੋਂ ਹਥਿਆਰ ਆਉਂਦੇ ਆ। ਜੇ ਬਾਰਡਰ ਪਾਰ ਤੋਂ ਹਥਿਆਰ ਆ ਰਹੇ ਹੈਗੇ ਤਾਂ ਜ਼ਿੰਮੇਵਾਰੀ ਕਿਹਦੀ ਹੈਗੀ ਆ? ਜਾਂ BSF ਦੀ ਹੈਗੀ ਹੈ ਜਾਂ ਪੰਜਾਬ ਪੁਲਿਸ ਦੀ ਹੈਗੀ ਆ? ਨਾ ਕਾਮਯਾਬ ਕੌਣ ਹੈਗਾ? ਜ਼ਿੰਮੇਵਾਰ ਕੌਣ ਹੈਗਾ? ਇਹ ਐਵੇਂ ਡਰਾਮੇ ਕਰਦੇ ਹੈਗੇ। ਮੈਂ ਤਾਰਨੀ ਸਾਹਿਬ ਪਰ ਜਵਾਬ ਲਵਾਂਗਾ, ਮੇਰੇ को समा बहुत पूरा। मैं एक बार राजेश जी का रुख कर लवां। राजेश जी, अधिकारों का जिक्र हो रहा है, अब NDPS के तहत अब जो केस है वो भी करने का अधिकार BSF या एजेंसीज के पास, लेकिन ये तो लग रहा है कि ये कोऑर्डिनेशन की कमी थी, उसको दूर करने की जरूरत थी अधिकार देने की बजाय। कि अगर केस हैंडओवर पंजाब पुलिस को करना पड़ रहा है और वहां पर अच्छी कार्रवाई या ढंग की कार्रवाई नहीं हो रही, तो कोऑर्डिनेशन की कमी लग रही है। तो बजाय इसके कि अधिकारों को दे दिया जाए, डायरेक्टली वो कोर्ट में जाके BSF के अधिकारी कुछ करें, आपको नहीं लगता कि कोऑर्डिनेशन ज्यादा बेटर हो सकता है स्टेट पुलिस के साथ? देखिए, कोऑर्डिनेशन एक अलग चीज है और उसमें जो टाइम लगता है वो एक अलग चीज है। आप अगर दूसरी एजेंसी से आप कोऑर्डिनेट करेंगे तो उसमें टाइम गैप होगा। एक एजेंसी से दूसरी एजेंसी को खबर जाना, केस को समझना, क्या आगे एक्शन होना है, उस कोऑर्डिनेशन में टाइम लगेगा। बस आपको अगर जिसको पता है कि BSF कैसे खड़ी हुई थी, वो BSF खड़ी ही इस वजह से हुई थी कि उससे पहले हर जगह पर, यहाँ पर पंजाब में जो थे PAP थी, राजस्थान में RSC थी, गुजरात में कोई और पुलिस फोर्स थी। इनकी नाकामयाबियां जब हुई, आपस में कोऑर्डिनेशन की कमी हुई, तो BSF खड़ी हुई ताकि पूरा कोऑर्डिनेशन बॉर्डर के ऊपर एक साथ हो सके। अभी सबसे बड़ा जो एक मेरा एक क्वेश्चन है कहां से हो गया? एक मिनट रुक जाइए, मैं बोल रहा हूं, अब आप मत बोलिए। मैं आपसे सवाल करूंगा एक सर। नहीं, सवाल करिएगा जब मैं बोल लूं तब करिएगा। ठीक है, आप कंप्लीट कर लीजिए सर, समय बहुत पूरा हमारे पास। अच्छा, अभी तो कह रहे हैं कि साहब ये
आरपीजी का अटैक हो गया, 15 किलोमीटर के अंदर हो गया। तो जब 15 किलोमीटर के अंदर हुआ, आप जी। कह रहे हो, या 50 किलोमीटर बढ़ने पर हुआ, ये बताइए आरपीजी या जो भी हथियार हैं आज हिंदुस्तान के किस कोने में नहीं है? और वो सारे के सारे बॉर्डर से नहीं आए हैं। बहुत से बॉर्डर है जहां खुले हुए हैं, जहां से सामान आता है, सी के रास्ते से भी आता है, बाकी जगह के रास्ते से भी आता है। ऐसा नहीं कि बॉर्डर से आता है। जहां से बॉर्डर से आता है, जहां कमी पाई गई है, उसी को मजबूत करने के लिए पावर भी दी गई है, उसी को मजबूत ठीक है। करने के लिए इलाके में भी जी। बढ़ावा किया चलिए गया। सर, मेरे पास समय सवाल पूरा है। पूरा एक छोटा सा उनका सवाल है, एक सवाल आप है, उसके ऊपर एक- रिएक्ट कीजिए। मेरा गौरव सवाल है, गौरव जी मैं मैं conclude कर रहा ਇਹਨਾਂ सर ਨੂੰ ਸਵਾਲ थोड़ा- ਇਹ ਪੁੱਛਦਾ ਹੈਗਾ जी ਮੈਂ ਇਹਨਾਂ ਨੂੰ ਸਵਾਲ ਇਹ ਪੁੱਛਦਾ ਹਾਂ ਕਿ ਜਿਹੜੀ ਬੀਐਸਐਫ ਦੀ ਨਫਰੀ ਹੈਗੀ ਹੈ ਜੀ। ਉਹ 19 ਦੀ 19 ਹੈ। ਕਿੰਨੀਆਂ ਕੰਪਨੀਆਂ ਬਾਰਡਰ ਤੇ ਲਾਈਆਂ ਜਾਂਦੀਆਂ ਹੈਗੀਆਂ, ਕੀ ਉਹਨਾਂ ਦੇ ਵਿੱਚ ਕੋਈ ਇਜ਼ਾਫਾ ਹੋਇਆ? 50 ठीक है। ਕਿਲੋਮੀਟਰ मैं जवाब ले लूंगा तारनी साहब, समय बहुत कट है, समय बहुत कट है। राजेश जी, ਇਹਨਾਂ ਵਾਧਾ ਕੀ ਹੋਇਆ ਉਹਦੇ ठीक है ਵਿੱਚ? राजेश जी, आपको लगता है कि जो कंपनीज लगाई गई हैं बीएसएफ की, अगर वो नहीं बढ़ाई गई तो फिर 50 किलोमीटर वाला पूरा अधिकार देने का कोई फायदा नहीं? एनडीपीएस का हाँ, केस ये- अधिकार देने वाला कोई फायदा नहीं? बिल्कुल वाजिब चीज आपने पूछी है। ये बात से मैं एग्री करता हूं कि जिस हिसाब से एरिया बढ़ाया गया, उस हिसाब से बीएसएफ की नफरी और नहीं। उसके पास जो बाकी जी। हथियार या बाकी चीजें हैं वो अभी नहीं बढ़ी ठीक हैं। है, ठीक है। लेकिन इसका मतलब ये नहीं कि हमारे को दिक्कत तो आएगी उस 50 किलोमीटर ठीक के है सर, एरिया मेरे को पास कवर समय करने में समय मेरे पास धीरे धीरे आएगा। माफी ठीक है, माफी सरकार चाहता से बीच में आएगा, रोक रहा हूं। नफरी भी आएगी, बाकी जी भी जाएंगे। ठीक है, आप कह रहे हैं कि नफरी भी होनी चाहिए। हरप्रीत जी, बहुत छोटी स्टेटमेंट 20 सेकंड्स है, ਦੇਖੋ ਗੱਲ ਤੁਸੀਂ ਇਹ ਖੁੱਲ ਹੈ ਕੇ ਹੁਣ ਵੀ ਵਿਰੋਧ ਕਰੋਗੇ ਕਿ ਨਹੀਂ ਹੋਣੀ ਚਾਹੀਦੀ ਸਟੇਟ ਗਵਰਨਮੈਂਟ ਦੇ ਕੋਲ, ਜੀ, ਜੀ। ਸਟੇਟ ਦੇ ਵਿੱਚ ਬੀਐਸਐਫ ਦੇ ਕੋਲ 50 ਕਿਲੋਮੀਟਰ? ਜੀ ਬਿਲਕੁਲ, ਦੇਖੋ ਪੰਜਾਬ ਇੱਕ ਵਾਹਦ ਐਗਜ਼ਾਮਪਲ ਆ ਦੁਨੀਆ ਦੇ ਉੱਤੇ ਜਿੱਥੇ ਰਿਲੀਜੀਅਸ ਬੇਸਡ ਟੈਰਰਿਜ਼ਮ ਪਨਪਿਆ ਔਰ ਪੰਜਾਬ ਪੁਲਿਸ ਦੀਆਂ ਕੁਰਬਾਨੀਆਂ ਤੇ ਉਹਨਾਂ ਦੀ ਮਿਹਨਤ ਸਦਕਾ ਉਹ ਖਤਮ ਵੀ ਹੋਇਆ। ਇਹ ਜੀ। ਪੰਜਾਬ ਦੁਨੀਆ ਦੇ ਉੱਤੇ ਇੱਕ ਵਾਹਦ ਇੱਕੋ ਇੱਕ ਐਗਜ਼ਾਮਪਲ ਹੈ। ਸੋ ਇਸ ਕਰਕੇ ਪੰਜਾਬ ਪੁਲਿਸ ਦੀ ਕਾਬਲੀਅਤ ਨੂੰ ਘੱਟ ਕਰਕੇ ਨਹੀਂ ਆਂਕਣਾ ਚਾਹੀਦਾ। ਜੀ। ਮੈਂ ਤਾਂ ਇਹ ਸਮਝਦਾ ਜਿਹੜੀ ਮੌਜੂਦਾ ਸਰਕਾਰ ਹੈ ਇਹ ਪੰਜਾਬ ਪੁਲਿਸ ਨੂੰ ਫ੍ਰੀ ਹੈਂਡ ਕੰਮ ਨਹੀਂ ਕਰਨ ਦੇ ਪਾ ਰਹੀ ਔਰ ਇਸੇ ਕਰਕੇ ਪੰਜਾਬ ਦੇ ਵਿੱਚ ਮਾਹੌਲ ਖਰਾਬ ਹੁੰਦਾ ਜਾ ਰਿਹਾ, ਜਿਹਦਾ ਫਾਇਦਾ ਉਠਾ ਕੇ ਭਾਰਤੀ ਜਨਤਾ ਪਾਰਟੀ ਪੰਜਾਬ ਨੂੰ ਏਜੰਸੀਆਂ ਦੇ ਠੀਕ ਹੈ, ਹਵਾਲੇ ਕਰ ਤੁਸੀਂ ਰਹੀ ਹੈ। ਦੋਵੇਂ ਇੱਕ ਚੀਜ਼ਾਂ ਸਾਜ਼ਿਸ਼ ਕਰ ਰਚ ਰਹੇ ਹੋ। ਰਹੀ ਹੈ। ਲੱਦਰ ਸਾਹਿਬ, ਫਾਈਨਲ ਜੀ। ਸਟੇਟਮੈਂਟ ਸਰ ਤੁਹਾਡੀ। देखिए, देखो ये सब कहना तो गलत ਵੱਧ है ਤੁਹਾਡੇ कि ਉੱਤੇ एजेंसियों इल्जाम को यही हवाले लगाए हो जा रहा रहे हैं कि है। ऐसा एजेंसियां कुछ दे हथ देने की पंजाब का कोई कोशिश है एरिया पंजाब हमारे हवाले नहीं हुआ है जी। जहां पंजाब पुलिस काम करनी है वहां काम कर रही है, बीएसएफ का उसमें कोई दखल ठीक नहीं है। है, दोनों पैरेलल काम करते हैं। हमें जी, कोई लद्दर एरिया साहब। जो हैंड ओवर नहीं हुआ है। जी ਲੱਦਰ ਸਾਹਿਬ, ਗੌਰਵ ਜੀ, ਪਿਛਲਾ ਜਿਹੜਾ ਟੈਰਰਿਜ਼ਮ ਪੰਜਾਬ ਨੇ ਦੇਖਿਆ ਭੋਗਿਆ, ਜੀ ਇਹਨਾਂ ਨੂੰ ਪੁੱਛੋ ਕਿ ਕੌਣ ਲੈ ਕੇ ਆਇਆ ਸੀ, ਕਿਹਨਾਂ ਦੇ ਰੂਲ ਚ ਆਇਆ ਸੀਗਾ। ਇਹ ਜ਼ਿੰਮੇਵਾਰ ਹੈਗੇ ਆ। ਵਾਰੀ-ਵਾਰੀ ਤਾਂ ਇਹੀ ਰਾਜ ਕਰਦੇ ਰਹੇ ਆ, ਕਦੇ ਅਕਾਲੀ ਤੇ ਕਦੇ ਕਾਂਗਰਸ। ਇਹਨਾਂ ਤੋਂ ਕੰਟਰੋਲ ਨਹੀਂ ਹੋਇਆ, ਇਹ ਨਾਕਾਮਯਾਬ ਰਹੇ ਹੈਗੇ ਆ। ਅੱਜ ਗੱਲ ਕਰਦੇ ਸਾਰਾ ਭਾਂਡਾ ਭਾਜਪਾ ਦੇ ਸਿਰ ਭੰਨੀ ਜਾਂਦੇ ਹੈਗੇ ਆ। ਭਾਜਪਾ ਤਾਂ ਇਹਨਾਂ ਦੀਆਂ ਗਲਤੀਆਂ ਤੇ ਨਾਕਾਮੀਆਂ ਨੂੰ ਸਹੀ ਕਰਕੇ ਨਹੀਂ, ਉਹ ਕਹਿੰਦੇ ਏਜੰਸੀਆਂ ਦੇ ਜ਼ਰੀਏ ਪੰਜਾਬ ਦੇ ਵਿੱਚ ਵੜਨ ਦੀ ਕੋਸ਼ਿਸ਼ ਹੈ। ਬੀਜੇਪੀ ਇਹ ਕੋਸ਼ਿਸ਼ ਕਰ ਰਹੀ ਹੈ, ਤੁਹਾਡੇ ਉੱਤੇ ਇਲਜ਼ਾਮ ਲਗਾ ਬਿਲਕੁਲ ਰਹੇ ਨੇ। ਬਿਲਕੁਲ ਬਿਲਕੁਲ ਗੌਰਵ ਜੀ ਇੱਕ ਹੋਮ ਸੈਕਿੰਡ, ਮਿਨਿਸਟਰ ਰਾਜ ਸਭਾ 'ਚ ਕਿ ਜੀ। ਅਸੀਂ 2 ਸਾਲਾਂ ਦੇ ਵਿੱਚ ਹਰ ਇੱਕ ਡਰੱਗ ਪੈਡਲਰ ਠੀਕ ਤੇ ਹੈ। ਜਿਹੜਾ ਬੰਦਾ ਇੰਟਰਨੈਸ਼ਨਲ ਕੋਈ ਵੀ ਕਿਸੇ ਤਰ੍ਹਾਂ ਦਾ ਗਲਤ ਕੰਮ ਕਰ ਰਿਹਾ, ਜੀ। ਜੇਲ੍ਹ ਦੇ ਅੰਦਰ ਹੋਏਗਾ। ਚਲੋ ਠੀਕ ਹੈ, ਉਮੀਦ ਹੈ और सब उन्होंने होएगा। तारनी साहब 10 दी है। सेकंड्स है, मेरे को समा खत्म हो चलिਆ, ਪਰ ਤੁਹਾਡੀ ਸਟੇਟਮੈਂਟ ਜ਼ਰੂਰੀ ਜੀ। ਗੌਰਵ ਇੱਕੋ ਗੱਲ ਹੈਗੀ ਆ ਕਿ ਜੀ। ਜਿੱਥੋਂ ਤੱਕ ਤਾਂ ਰਜੇਸ਼ ਜੀ ਤੋਂ ਜਵਾਬ ਨਹੀਂ ਦੇ ਹੋਇਆ ਕਿ ਬੀਐਸਐਫ ਦੀ ਨਫਰੀ ਨਹੀਂ ਵਧੀ, ਦੂਸਰੇ ਪਾਸੇ ਆਉਣ ਵਾਲੇ ਟਾਈਮ ਦੇ ਵਿੱਚ ਜਿਸ ਹਿਸਾਬ ਨਾਲ ਮਿਲਟਰੀ ਦੇ ਵਿੱਚ ਜਿਹੜਾ ਹੈਗਾ ਅਗਨੀਪਥ ਯੋਜਨਾ ਲਿਆਉਣ ਦੀ ਕੋਸ਼ਿਸ਼ ਹੋ ਰਹੀ ਹੈ, ਬਾਰਡਰਾਂ ਨੂੰ ਤਾਂ ਖਤਰਾ ਹੀ ਖਤਰਾ ਹੈ। ਕਦੇ ਚਾਈਨਾ ਦੀ ਗੱਲ ਹੁੰਦੀ ਹੈ, ਕਦੇ ਪਾਕਿਸਤਾਨ ਦੀ ਗੱਲ ਹੁੰਦੀ ਹੈ, ਕਦੇ ਲੰਕਾ ਦੀ ਗੱਲ ਹੁੰਦੀ ਹੈ, ਕਦੇ ਨੇਪਾਲ ਦੀ ਗੱਲ ਹੁੰਦੀ ਹੈ। ਮੈਨੂੰ ਪਤਾ ਹੈ, ਦੇਖੋ ਸਾਰਿਆਂ ठीक है सर, मैं तारनी जी विचारे रोकूंगा, राजेश जी विचारे रोकूंगा। ਪੰਜਾਬ ਦੀ ਉਹ ਕਰਨੀ ਹੈ। ठीक है सर, माफी चाहूंगा, मेरे को समा खत्म हो चलिਆ, ਇਸ ਕਰਕੇ ਮੈਨੂੰ ਰੋਕਣਾ ਹੋਏਗਾ ਵਿਚਾਲੇ। ਸਾਰੇ ਮਹਿਮਾਨਾਂ ਦਾ ਬਹੁਤ-ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਬਾਤ ਦੇ ਵਿੱਚ ਸ਼ਾਮਲ ਹੋਣ ਦੇ ਲਈ। ਖੈਰ, ਬੀਐਸਐਫ ਦਾ ਮੁੱਦਾ ਹੈ। ਬੀਐਸਐਫ ਦਾ ਜਦੋਂ ਨਾਮ ਲਿਆ ਜਾਂਦਾ ਹੈ ਬਹੁਤ ਆਦਰ ਸਤਿਕਾਰ ਨਾਲ ਲਿਆ ਜਾਂਦਾ ਹੈ। ਦੇਸ਼ ਦੀ ਕੋਈ ਵੀ ਜਿਹੜੇ ਜਵਾਨ ਨੇ, ਖਾਸ ਤੌਰ ਤੇ ਬਾਰਡਰ ਦੇ ਉੱਤੇ ਤੈਨਾਤ ਹੁੰਦੇ ਨੇ, ਸਾਡੀ ਸੁਰੱਖਿਆ ਦੇ ਵਿੱਚ ਤੈਨਾਤ ਹੁੰਦੇ ਨੇ, ਤਾਂ ਉਹਨਾਂ ਦਾ ਨਾਮ ਅਸੀਂ ਬਹੁਤ ਅਦਬ ਦੇ ਨਾਲ ਲੈਂਦੇ ਹਾਂ, ਜ਼ਰੂਰੀ ਵੀ ਹੈ। ਪਰ ਸਵਾਲ ਇਹ ਹੈ ਕਿ ਜੇਕਰ ਨਸ਼ਾ ਪੰਜਾਬ ਦੇ ਵਿੱਚ ਆ ਰਿਹਾ ਹੈ ਜਾਂ ਦੇਸ਼ ਦੇ ਵਿੱਚ ਆ ਰਿਹਾ ਹੈ, ਕਿੱਥੋਂ ਆ ਰਿਹਾ ਹੈ? ਜੇਕਰ ਹਥਿਆਰ ਦੇਸ਼ ਦੇ ਵਿੱਚ ਆ ਰਹੇ ਨੇ ਕਿਸੇ ਵੀ ਸੂਬੇ ਦੇ ਵਿੱਚ, ਤਾਂ ਉਹ ਕਿੱਥੋਂ ਆ ਰਹੇ ਨੇ? ਕਿ ਅਧਿਕਾਰ ਇਸ ਤਰੀਕੇ ਨਾਲ ਦੇ ਦਿੱਤੇ ਜਾਣ ਕਿ ਹਥਿਆਰ ਔਰ ਨਸ਼ਾ ਆਉਣਾ ਬੰਦ ਹੋ ਜਾਵੇ। ਤੇ ਦੂਜਾ ਪੁਆਇੰਟ ਇਹ ਵੀ ਹੈ ਕਿ ਕਈ ਵਾਰ ਅਧਿਕਾਰ ਜ਼ਿਆਦਾ ਦਿੱਤੇ ਹੁੰਦੇ ਨੇ ਜਦੋਂ, ਤਾਂ ਉਹ ਵੀ
ਹੱਥੋਂ ਕਮਾਨ ਨਿਕਲ ਜਾਂਦੀ ਹੈ। ਆਮ ਤੌਰ ਤੇ ਹੁੰਦਾ ਹੈ ਕਿ ਤੁਸੀਂ ਜ਼ਿਆਦਾ ਖੁੱਲ੍ਹ ਦੇ ਦਿਓ ਤਾਂ ਫਿਰ ਕੰਟਰੋਲ ਕਰਨਾ ਵੀ ਮੁਸ਼ਕਿਲ ਹੋ ਜਾਂਦਾ ਹੈ, ਤਾਂ ਕਿ ਉਹ ਸੂਬੇ ਦੇ ਅਧਿਕਾਰਾਂ ਦੇ ਉੱਤੇ BSF ਨੂੰ ਦਿੱਤੇ ਗਏ ਅਧਿਕਾਰ ਭਾਰੀ ਤਾਂ ਨਹੀਂ ਪੈ ਜਾਣਗੇ। ਕਿ ਬੈਲੈਂਸ ਕਰਨਾ ਵੀ ਬਹੁਤ ਜ਼ਰੂਰੀ ਹੈ ਸਟੇਟ ਤੋਂ ਲੈ ਕੇ ਸੈਂਟਰ ਤੱਕ ਨੂੰ, ਔਰ ਉਮੀਦ ਹੈ ਕਿ ਇਸ ਦੇ ਵਿੱਚ ਕਾਮਯਾਬੀ ਮਿਲੇਗੀ। ਇਨਫੈਕਟ ਉਮੀਦ ਇਹ ਵੀ ਹੈ ਕਿ 2 ਸਾਲ ਵਾਲਾ ਜੋ ਜ਼ਿਕਰ ਹੋ ਰਿਹਾ ਕਿ ਜਿਹੜੇ ਡਰੱਗ ਪੈਡਲਰਸ ਨੇ ਵੱਡੇ ਮਗਰਮੱਛ ਸਲਾਖਾਂ ਪਿੱਛੇ ਹੋਣਗੇ, ਦੇਸ਼ ਦੇ ਗ੍ਰਹਿ ਮੰਤਰੀ ਨੇ ਕਿਹਾ ਹੈ, ਉਮੀਦ ਹੈ ਉਹ ਵੀ ਤਸਵੀਰ ਜਲਦ ਵੇਖਣ ਨੂੰ ਜ਼ਰੂਰ ਮਿਲੇਗੀ। ਪ੍ਰਾਈਮ ਟਾਈਮ ਦੇ ਵਿੱਚ ਅੱਜ ਲਈ ਇੰਨਾ ਹੀ।